खालसा अकाल पुरख की फौज, प्रगट्यो खालसा परमात्म की मौज। कुल जगत ਦੇ ਵਿੱਚ ਵਸਦੇ ਸਮੂਹ ਖਾਲਸਾ ਪੰਥ ਨੂੰ ਉਸ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦੇ ਹਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਰਹਿਮਤ ਵਰਤਾਈ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਤੇ, ਉਸ ਨੂੰ ਆਪਣੇ ਚਿੱਤ ਵਿੱਚ ਲਿਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰੀਏ। ਸਾਡੇ ਨਾਲ ਅੱਜ ਦੇ ਇਸ ਪਾਕ ਪਵਿੱਤਰ ਦਿਹਾੜੇ ਦੇ ਉੱਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਸਵਾਗਤ ਕਰਦੇ ਹਾਂ ਜੀ, ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਸਾਹਿਬ ਜੀ, ਪੂਰਾ ਖਾਲਸਾ ਪੰਥ ਅੱਜ ਆਪਣੇ ਉਸ ਪ੍ਰਗਟ ਦਿਵਸ ਨੂੰ ਯਾਦ ਕਰ ਰਿਹਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਕੁਝ ਜੋ ਮਹਾਂਮਾਰੀ ਬਣੀ ਹੋਈ ਹੈ ਉਹਦੇ ਕਰਕੇ ਥੋੜ੍ਹੇ ਜਿਹੇ ਜੋ ਇਕੱਠ ਹੋਣ ਦੇ ਉੱਪਰ ਪਾਬੰਦੀ ਹੈ, ਪਰ ਜਿਸ ਰੂਪ ਦੇ ਵਿੱਚ ਵੀ ਆਪਾਂ, ਕਿਉਂਕਿ ਹੁਣ ਆਪ ਜੀ ਸਾਡੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਨਾਲ ਜੁੜੇ ਹੋਏ ਹੋ, ਅਸੀਂ ਆਪ ਜੀ ਦਾ ਸਵਾਗਤ ਕਰਦੇ ਹਾਂ ਅਤੇ ਅਸੀਂ ਚਾਹਾਂਗੇ ਕਿ ਆਪ ਜੀ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਦੀ ਉਸ ਮਿਹਰ ਦੇ ਨਾਲ, ਉਸ ਨਜ਼ਰੇ ਰਹਿਮਤ ਦੇ ਨਾਲ ਜੋੜੋ ਜੋ ਉਹਨਾਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਵਰਤਾਈ ਸੀ ਜੀ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਮੁਖਾਰ ਬਿੰਦ ਤੋਂ ਬਚਨ ਹੈ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਔਰ ਸਤਿਗੁਰੂ ਕਹਿੰਦੇ ਨੇ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲੈਹੋ ਸਾਧੂ ਸਭ ਮਨ ਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਜੋ ਹੁਕਮ ਪਰਮਾਤਮਾ ਦੇ ਪਾਸੋਂ ਪਾ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਇਸ ਮਾਤ ਲੋਕ ਤੇ ਆਏ ਸਨ, ਸਤਿਗੁਰਾਂ ਨੇ ਪੰਥ ਪ੍ਰਚੁਰ ਕਰਬੇ ਕੋ ਸਾਜਾ, ਜਿਹੜਾ ਉਹਨਾਂ ਦਾ ਬਚਨ ਹੈ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਿਗੁਰਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਪੂਰਾ ਕੀਤਾ। ਔਰ ਜਿਹੜੀ ਚਰਨ ਪਾਹੁਲ ਦੀ ਮਰਿਆਦਾ ਸੀ, ਚਰਨ ਪਾਹੁਲ ਦੀ ਮਰਿਆਦਾ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਮਰਿਆਦਾ ਦੇ ਰੂਪ ਵਿੱਚ ਸਤਿਗੁਰਾਂ ਨੇ ਤਬਦੀਲ ਕਰਕੇ ਤੇ ਖਾਲਸਾ ਗੁਰੂ ਤੇ ਗੁਰੂ ਖਾਲਸਾ ਦਾ ਜਿਹੜਾ ਆਪੇ ਗੁਰ ਚੇਲਾ ਦਾ ਜਿਹੜਾ ਸੰਕਲਪ ਸੀ, ਜੋ ਸਿਧਾਂਤ ਸੀ, ਉਹ ਸਾਨੂੰ ਦਸ਼ਮੇਸ਼ ਪਿਤਾ ਨੇ 1699 ਦੀ ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਤੇ ਬਖਸ਼ਿਸ਼ ਕੀਤਾ ਜੀ। ਸੋ ਬਿਲਕੁਲ ਸਿੰਘ ਸਾਹਿਬ ਜੀ, ਅਸੀਂ ਜੋ ਕਿਸ ਢੰਗ ਦੇ ਨਾਲ ਮਹਾਰਾਜ ਨੇ ਕਲਾ ਵਰਤਾਈ ਹੈ, ਕਿਉਂਕਿ ਉਸ ਵਕਤ ਦੇ ਹਾਲਾਤ ਜੇ ਆਪਾਂ ਤੱਕਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਹਕੂਮਤਾਂ ਬਹੁਤ ਜ਼ਾਲਮ ਹੋ ਚੁੱਕੀਆਂ ਸਨ। ਔਰੰਗਜ਼ੇਬ ਵਰਗਾ ਬਾਦਸ਼ਾਹ ਜਿਹੜਾ ਕਿ ਆਪਣੇ ਪਿਤਾ ਨੂੰ ਜੇਲ੍ਹ 'ਚ ਸੁੱਟ ਕੇ ਤੇ ਆਪਣੇ ਭਰਾਵਾਂ ਦੀਆਂ ਲਾਸ਼ਾਂ ਦੇ ਉੱਤੇ ਤਖਤ ਢਾਹ ਕੇ ਬੈਠਾ ਹੋਇਆ ਸੀ, ਪਰ ਉਹਨੇ ਜੋ ਆਪਣੇ ਉੱਤੇ ਇੱਕ ਧਾਰਮਿਕ ਪਹਿਰਾਵਾ ਜਿਹਾ ਪਹਿਨਿਆ ਹੋਇਆ ਸੀ, ਉਹਨਾਂ ਹਾਲਾਤਾਂ ਦੇ ਵਿੱਚ ਖਾਲਸੇ ਦੀ ਜਿਹੜੀ ਸਿਰਜਣਾ, ਅਸੀਂ ਚਾਹਾਂਗੇ ਕਿ ਇਸ ਬਾਰੇ ਆਪ ਜੀ ਥੋੜ੍ਹਾ ਜਿਹਾ ਸਾਡੇ ਨਾਲ ਵਿਚਾਰ ਸਾਂਝੇ ਕਰਨ। ਦੇਖੋ, ਹਾਲਾਤ ਤਾਂ ਪਹਿਲੇ ਗੁਰੂ ਸਾਹਿਬਾਨਾਂ ਦੇ ਵਕਤ ਤੋਂ ਹੀ ਜਿਹੜੇ ਨੇ ਉਹ ਬਹੁਤ ਸੁਖਾਵੇਂ ਨਹੀਂ ਸਨ, ਕਿਉਂਕਿ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲਾਹੌਰ ਦੀ ਧਰਤੀ 'ਤੇ ਤੱਤੀ ਤਵੀ 'ਤੇ ਬਿਠਾ ਕੇ ਸੀਸ ਵਿੱਚ ਗਰਮ ਰੇਤਾ ਪਾ ਕੇ ਔਰ ਪਾਣੀ ਵਿੱਚ ਉਬਾਲ ਕੇ ਉਸ ਵਕਤ ਸ਼ਹੀਦ ਕੀਤਾ ਗਿਆ, ਕਿਉਂਕਿ ਉਹ ਗੁਰੂ ਨਾਨਕ ਦੀ ਗੱਦੀ ਦੇ ਉਸ ਵਕਤ ਮਾਲਕ ਸਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਉਹਨਾਂ ਨੇ ਕੀਤੀ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਤਾਮੀਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰਵਾਈ ਹੈ, ਕਿਉਂਕਿ ਹਕੂਮਤ ਨੂੰ ਤਾਂ ਬਿਲਕੁਲ ਮਨ ਵਿੱਚ ਨਹੀਂ ਸੀ ਭਾਉਂਦਾ ਕਿ ਇਹ ਇੱਕ ਤਖਤ ਹੈ, ਇੱਕ ਜਿਹੜਾ ਨਵਾਂ ਪੰਥ ਜਿਹੜਾ ਚੱਲਿਆ ਹੋਇਆ, ਇਹਦੇ ਬਹੁਤ ਪੈਰੋਕਾਰ ਅੱਗੇ ਪੈਦਾ ਹੋ ਰਹੇ ਨੇ। ਜਿਵੇਂ ਕਿ ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਵਕਤ ਦੀ ਗੱਲ ਕਰੀਏ, ਸਤਿਗੁਰੂ ਜੀ ਬਾਣੀ ਉਚਾਰਦੇ ਨੇ ਤੇ ਉਸ ਵਕਤ ਤੇ ਜਿਹੜੇ ਬ੍ਰਾਹਮਣ ਨੇ ਉਹ ਜਾ ਕੇ ਸਵਾਲ ਕਰਦੇ ਨੇ ਕਿ ਸਤਿਗੁਰੂ ਜੀ, ਸਾਡੇ ਕੋਲ ਵੇਦ ਨੇ, ਸਾਡੇ ਕੋਲ ਸ਼ਾਸਤਰ ਨੇ, ਸਾਡੇ ਕੋਲ ਸਿਮਰਤੀਆਂ ਨੇ, ਸਾਡੇ ਕੋਲ ਉਪਨਿਸ਼ਦਾਂ ਨੇ, ਤੇ ਬਾਣੀ ਉਚਾਰਨ ਦੀ ਹੋਰ ਕੋਈ ਲੋੜ ਨਹੀਂ ਹੈ, ਤੁਸੀਂ ਬਾਣੀ ਕਿਉਂ ਉਚਾਰ ਰਹੇ ਹੋ? ਤੇ ਸਤਿਗੁਰਾਂ ਨੇ ਇੱਕ ਪਾਵਨ ਬਚਨ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ। ਸਤਿਗੁਰੂ ਕਹਿਣ ਲੱਗੇ, ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ।
ਸਤਿਗੁਰੂ ਕਹਿੰਦੇ ਕਿ ਧਰਤੀ ਵਿੱਚ ਪਾਣੀ ਪਹਿਲਾਂ ਤੋਂ ਮੌਜੂਦ ਹੈ, ਤੇ ਫਿਰ ਧਰਤੀ ਦੇ ਉੱਤੇ ਉਹ ਪ੍ਰਮਾਤਮਾ ਮੀਂਹ ਕਿਉਂ ਪਾਉਂਦਾ ਹੈ? ਜੇਕਰ ਧਰਤੀ 'ਚ ਪਾਣੀ ਮੌਜੂਦ ਹੈ, ਫਿਰ ਸਾਨੂੰ ਮੀਂਹ ਦੀ ਕੀ ਲੋੜ ਹੈ? ਉਸ ਵਕਤ ਤੋਂ ਜਿਹੜੀ ਵਿਰੋਧਤਾ ਸੀ ਸਿੱਖ ਪੰਥ ਦੀ ਸਤਿਗੁਰੂ ਸਾਹਿਬਾਨਾਂ ਦੀ ਵਕਤ ਦੀ ਹਕੂਮਤ ਵੱਲੋਂ ਕੀਤੀ ਜਾਣ ਲੱਗੀ, ਕਿਉਂਕਿ ਹਰ ਇੱਕ, ਚਾਹੇ ਉਹ ਬ੍ਰਾਹਮਣ ਹੈ, ਚਾਹੇ ਉਹ ਮੁਸਲਮਾਨ ਹੈ, ਹਰ ਇੱਕ ਜਿਹੜਾ ਉਸ ਵਕਤ ਜ਼ਿਆਦਾ ਵਿਰੋਧਾ ਭਾਵ ਜਿਹੜਾ ਉਹ ਬਹੁਤ ਜ਼ਿਆਦਾ ਸੀ, ਜਿਨ੍ਹਾਂ ਸਮਿਆਂ ਦੇ ਵਿੱਚ ਸਤਿਗੁਰਾਂ ਨੇ ਖਾਲਸਾ ਪ੍ਰਗਟ ਕੀਤਾ। ਔਰ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਸਤਿਗੁਰਾਂ ਦੇ ਸੀਸ ਦਾ ਸੰਸਕਾਰ ਹੁੰਦਿਆਂ ਹੋਇਆਂ ਬਾਬਾ ਜੈਤਾ ਜੀ ਨੂੰ ਸਤਿਗੁਰਾਂ ਨੇ ਕੋਲ ਬੁਲਾ ਕੇ ਬਚਨ ਪੁੱਛਿਆ ਸੀ ਕਿ ਬਾਬਾ ਜੈਤਾ ਜੀ, ਜਦੋਂ ਪਿਤਾ ਗੁਰੂ ਜੀ ਦੀ ਸ਼ਹਾਦਤ ਹੋਈ ਹੈ ਉਦੋਂ ਦਿੱਲੀ ਵਿੱਚ ਕੋਈ ਸਿੱਖ ਨਹੀਂ ਸੀ ਵੱਸਦਾ, ਤੇ ਬਾਬਾ ਜੀ ਕਹਿਣ ਲੱਗੇ ਮਹਾਰਾਜ ਸਿੱਖ ਤਾਂ ਬਹੁਤ ਸਨ, ਪਰ ਪਛਾਣ ਨਹੀਂ ਸੀ ਆ ਰਹੀ ਕੌਣ ਸਿੱਖ ਹੈ ਕੌਣ ਨਹੀਂ ਸਿੱਖ। ਉਸ ਵਕਤ ਫਿਰ ਸਤਿਗੁਰਾਂ ਨੇ ਇੱਕ ਪਾਸੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸੀਸ ਦਾ ਸੰਸਕਾਰ ਹੋ ਰਿਹਾ, ਔਰ ਬਾਬਾ ਜੈਤਾ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਦਸ਼ਮੇਸ਼ ਪਿਤਾ ਜੀ ਨੇ ਇਹ ਬਚਨ ਕਹੇ ਸਨ ਕਿ ਬਾਬਾ ਜੈਤਾ ਜੀ, ਹੁਣ ਮੈਂ ਇਹੋ ਜਿਹਾ ਸਿੱਖ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਵੀ ਖੜਾ ਹੋਵੇ ਤੇ ਕਦੇ ਵੀ ਆਪਣੇ ਆਪ ਨੂੰ ਸਿੱਖ ਛੁਪਾ ਨਹੀਂ ਸਕੇਗਾ। ਔਰ ਸਤਿਗੁਰਾਂ ਨੇ ਤਿਆਰੀਆਂ ਆਰੰਭ ਕੀਤੀਆਂ। 24 ਸਾਲ ਦਾ ਸਮਾਂ ਗੁਜ਼ਰਿਆ ਤੇ ਸਤਿਗੁਰਾਂ ਨੇ 30 ਮਾਰਚ 1699 ਦੀ ਵਿਸਾਖੀ ਨੂੰ ਦੂਰ ਦੁਰਾਡੇ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਸਦੀ ਸੀ, ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਆਦੇਸ਼ ਕਰਕੇ ਸੰਦੇਸ਼ ਕਰਕੇ ਸਤਿਗੁਰਾਂ ਨੇ ਇਸ ਪਾਵਨ ਧਰਤੀ ਤੇ ਬੁਲਾਇਆ ਜੋ ਸ਼੍ਰੀ ਅਨੰਦਪੁਰ ਸਾਹਿਬ ਪਾਵਨ ਧਰਤੀ ਹੈ। ਔਰ ਇਤਿਹਾਸ ਕਹਿੰਦਾ ਕਿ ਉਸ ਵਕਤ 80,000 ਦੇ ਕਰੀਬ ਦਾ ਇਕੱਠ ਜਿਹੜਾ ਹੈ ਉਹ ਇਸ ਧਰਤੀ ਤੇ ਹੋਇਆ। ਇੱਕ ਪਾਸੇ 22 ਧਾਰ ਦੇ ਰਾਜੇ ਜਿਹੜੇ ਤਕਰੀਬਨ ਸਾਰੇ ਦੇ ਸਾਰੇ ਗੁਰੂ ਘਰ ਦੇ ਵਿਰੋਧੀ ਸਨ, ਰਾਜੇ ਭੀਮ ਚੰਦ ਵਰਗੇ ਵਿਰੋਧ ਕਰਦੇ ਸਨ, ਕਿਉਂਕਿ ਇੱਥੇ ਨਗਾਰੇ ਕਿਉਂ ਵੱਜਦੇ ਨੇ, ਇੱਥੇ ਸ਼ਾਸਤਰ ਕਲਾ ਜਿਹੜੀ ਹੈ ਉਹ ਕਿਉਂ ਸਿਖਾਈ ਜਾਂਦੀ, ਯੁੱਧ ਕਲਾ ਕਿਉਂ ਸਿਖਾਈ ਜਾਂਦੀ ਹੈ, ਕਿਉਂ ਸੈਨਾ ਕਿਉਂ ਭਰਤੀ ਕੀਤੀ ਜਾ ਰਹੀ ਹੈ, ਇੰਨੀਆਂ ਕੀਮਤੀ ਵਸਤੂਆਂ ਇੱਕ ਸਿੱਖਾਂ ਦੇ ਗੁਰੂ ਕੋਲ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਹਰ ਇੱਕ ਪੱਖ ਤੋਂ ਵਿਰੋਧਤਾ ਹੀ ਵਿਰੋਧਤਾ ਸੀ, ਪਰ ਇਹਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਦਸ਼ਮੇਸ਼ ਪਿਤਾ ਨੇ ਜਿਹੜਾ ਉਹ ਹੁਕਮ ਪਾ ਕੇ ਪ੍ਰਮਾਤਮਾ ਦੇ ਕੋਲੋਂ ਆਏ ਸਨ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਤੇ ਪੰਥ ਦਾ ਪ੍ਰਚਾਰ ਪੰਥ ਦਾ ਪ੍ਰਸਾਰ ਕਰਨ ਵਾਸਤੇ ਪੰਥ ਨੂੰ ਸਾਜਣ ਵਾਸਤੇ ਜਿਹੜਾ ਹੁਕਮ ਲੈ ਕੇ ਦਸ਼ਮੇਸ਼ ਪਿਤਾ ਇਸ ਧਰਤੀ ਤੇ ਆਏ ਸਨ। ਤੇ ਦਸ਼ਮੇਸ਼ ਪਿਤਾ ਨੇ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਇੱਥੇ ਖਾਲਸਾ ਸਾਜਿਆ। ਔਰ ਖਾਲਸਾ ਸਾਜਣ ਦੀ ਜਿਹੜਾ ਉਹਨਾਂ ਦਾ ਤਰੀਕਾ ਸੀ ਉਹ ਬਹੁਤ ਵਿਲੱਖਣ ਤਰੀਕਾ ਸੀ, ਕਿਉਂਕਿ ਸੰਸਾਰ ਦੇ ਇਤਿਹਾਸ ਵਿੱਚ ਕਿਸੇ ਵੀ ਧਰਮ ਦੇ ਕਿਸੇ ਵੀ ਰਹਿਬਰ ਨੇ ਜੋ ਦਸ਼ਮੇਸ਼ ਪਿਤਾ ਨੇ ਕੀਤਾ, ਜੋ ਸਾਡੇ ਬਾਕੀ ਗੁਰੂ ਸਾਹਿਬਾਨ ਨੇ ਕੀਤਾ, ਕਿਸੇ ਵੀ ਧਰਮ ਦੇ ਕਿਸੇ ਵੀ ਰਹਿਬਰ ਨੇ ਅੱਜ ਤੱਕ ਸੰਸਾਰ ਦੇ ਇਤਿਹਾਸ ਵਿੱਚ ਉਹ ਨਹੀਂ ਕੀਤਾ ਜੋ ਸਿੱਖ ਗੁਰੂ ਸਾਹਿਬਾਨ ਨੇ ਕਰਕੇ ਦਿਖਾਇਆ। ਦਸ਼ਮੇਸ਼ ਪਿਤਾ ਨੇ ਉਸ 80,000 ਦੇ ਇਕੱਠ ਵਿੱਚ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਤੇ ਲਲਕਾਰ ਕੇ ਇਹ ਸ਼ਬਦ ਕਹੇ ਸਨ ਕਿ ਹੈ ਕੋਈ ਗੁਰੂ ਕਾ ਬੇਟਾ ਜੋ ਸੀਸ ਕਰੇ ਭੇਟਾ। ਤੇ ਕਹਿੰਦੇ ਨੇ ਕਿ ਪਹਿਲੀ ਆਵਾਜ਼ ਤੇ ਕੋਈ ਸਿੱਖ ਨਾ ਉੱਠਿਆ, ਫਿਰ ਦੂਜੀ ਆਵਾਜ਼, ਫਿਰ ਤੀਜੀ ਆਵਾਜ਼ ਤੇ ਫਿਰ ਭਾਈ ਦਇਆ ਰਾਮ ਜੀ ਜਿਹੜੇ ਲਾਹੌਰ ਦੇ ਰਹਿਣ ਵਾਲੇ ਸਨ। ਔਰ ਜੇਕਰ ਆਪਾਂ ਇਹਨਾਂ ਦੇ ਪਿਛੋਕੜ ਵੱਲ ਵੀ ਜਾਈਏ ਤੇ ਇਹ ਗੁਰੂ ਘਰ ਦੇ ਨਾਲ ਪਹਿਲਾਂ ਤੋਂ ਸਦੀਆਂ ਤੋਂ ਜੁੜੇ ਹੋਏ ਸਨ, ਕੋਈ ਗੁਰੂ ਦੀ ਸੰਗਤ ਵਿੱਚ ਨਵੇਂ ਨਹੀਂ ਸਨ ਆਏ। ਤੇ ਫਿਰ ਇਸੇ ਤਰ੍ਹਾਂ ਸਤਿਗੁਰਾਂ ਨੇ ਜੋ ਭਾਣਾ ਵਰਤਾਇਆ, ਭਾਈ ਦਇਆ ਰਾਮ ਜੀ ਨੂੰ ਕੋਲ ਬੁਲਾ ਕੇ ਕਹਿੰਦੇ ਨੇ ਕਿ ਹਾਂ ਭਾਈ ਤੇਰਾ ਨਾਮ ਕੀ ਹੈ? ਕਹਿਣ ਲੱਗਾ ਜੀ ਦਇਆ ਰਾਮ ਖੱਤਰੀ ਨਿਮਾਣਾ ਨਾਮ ਮੇਰਾ ਏ, ਮੰਗਦੇ ਹੋ ਸਿਰ ਦਾਤਾ ਸਭੋ ਕੁਝ ਤੇਰਾ ਏ। ਸਤਿਗੁਰੂ ਤੁਸੀਂ ਸਿਰ ਦੀ ਗੱਲ ਕਰਦੇ ਹੋ, ਮੇਰਾ ਤੇ ਸਾਰਾ ਕੁਝ ਤੁਹਾਨੂੰ ਸਮਰਪਿਤ ਹੈ। ਸਤਿਗੁਰੂ ਕਹਿਣ ਲੱਗੇ ਫਿਰ ਲੜੇਗਾ? ਕਹਿੰਦੇ ਜੀ ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਜਿਹੜੇ ਉੱਡੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਸਤਿਗੁਰੂ ਲੜਨਾ ਸਾਡਾ ਕੰਮ ਨਹੀਂ, ਅਸੀਂ ਤੇ ਤੱਕੜੀਆਂ ਤੋਲਣ ਵਾਲੇ ਦੁਕਾਨਦਾਰ ਹਾਂ। ਪਰ ਜੇ ਤੇਰੀ ਕਿਰਪਾ ਹੋਵੇ ਤੇ ਜਦੋਂ ਕਹੋਗੇ, ਜਿੱਥੇ ਕਹੋਗੇ, ਜਿਹਦੇ ਨਾਲ ਕਹੋਗੇ, ਜਿਵੇਂ ਕਹੋਗੇ ਉਵੇਂ ਲੜਨ ਵਾਸਤੇ ਤਿਆਰ ਹਾਂ। ਤੇ ਸਤਿਗੁਰੂ ਬਾਂਹ ਤੋਂ ਫੜ ਕੇ ਤੰਬੂ 'ਚ ਲਿਜਾਂਦੇ ਆ, ਭਾਣਾ ਵਰਤਦਾ ਤੇ ਥੋੜ੍ਹੇ ਸਮੇਂ ਬਾਅਦ ਫੇਰ ਲਹੂ ਲਿਬੜੀ ਸ਼ਮਸ਼ੀਰ ਹੱਥ ਵਿੱਚ ਲੈ ਕੇ ਆਉਂਦੇ ਨੇ, ਫੇਰ ਆ ਕੇ ਇੱਕ ਸਿੱਖ ਦੇ ਸਿਰ ਦੀ ਮੰਗ ਕਰਦੇ ਨੇ ਤੇ ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ ਆਉਂਦੇ ਆ। ਇਸੇ ਤਰ੍ਹਾਂ ਸਤਿਗੁਰਾਂ ਨੇ ਕਰਮਵਾਰ ਜਿਹੜੇ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਸਿੱਖਾਂ ਨੇ ਆ ਕੇ ਆਪਣੇ 5 ਸੀਸ ਭੇਟ ਕੀਤੇ, ਉਹਨਾਂ ਦੇ ਸੀਸ ਲੈ ਕੇ ਤੇ ਇਸ ਧਰਤੀ ਤੇ ਸਤਿਗੁਰਾਂ ਨੇ
ਹੇਠਾਂ ਸਰਬ ਲੋਹ ਦਾ ਬਾਟਾ ਸਜਾ ਕੇ ਉਸ ਵਿੱਚ ਸਵੱਛ ਜਲ ਪਾਇਆ ਹੈ, ਦਰਿਆ ਤੋਂ ਲਿਆ ਕੇ ਸਤਲੁਜ ਤੋਂ ਸਵੱਛ ਜਲ ਪਾਇਆ। ਮਾਤਾ ਜੀ ਨੇ ਪਤਾਸੇ ਪਾਏ ਤੇ ਸਤਿਗੁਰਾਂ ਨੇ ਫਿਰ ਬੀਰ ਆਸਣ ਬੈਠ ਕੇ ਹੱਥ ਵਿੱਚ 2 ਧਾਰਾ ਫੌਲਾਦੀ ਖੰਡਾ ਲੈ ਕੇ ਤੇ 5 ਬਾਣੀਆਂ ਦਾ ਜਾਪ ਕਰਕੇ ਤੇ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਸਭ ਤੋਂ ਪਹਿਲਾਂ ਭਾਈ ਦਇਆ ਰਾਮ ਦੇ ਮੁਖ ਵਿੱਚ ਪਾ ਕੇ, ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਾਨੂੰ ਸਤਿਗੁਰਾਂ ਨੇ ਫਤਿਹ ਦੀ ਬਖਸ਼ਿਸ਼ ਕੀਤੀ ਹੈ। ਔਰ ਸਭ ਤੋਂ ਪਹਿਲੀ ਫਤਿਹ ਜਿਹੜੀ ਹੈ ਗੁਰੂ ਸਾਹਿਬ ਤੇ ਭਾਈ ਦਇਆ ਸਿੰਘ ਜੀ ਹੋਰਾਂ ਨੇ ਆਪਸ ਵਿੱਚ ਬੁਲਾਈ ਹੈ, ਕਿਉਂਕਿ ਦਸ਼ਮੇਸ਼ ਪਿਤਾ ਨੇ ਭਾਈ ਦਇਆ ਰਾਮ ਜੀ ਦੇ ਮੁਖ ਵਿੱਚ ਅੰਮ੍ਰਿਤ ਪਾ ਕੇ ਸ਼ਬਦ ਕਿਹਾ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੇ ਭਾਈ ਦਇਆ ਰਾਮ ਜੀ ਜਿਨ੍ਹਾਂ ਦੇ ਮੁਖ ਵਿੱਚ ਅੰਮ੍ਰਿਤ ਪੈ ਚੁੱਕਾ ਹੈ, ਸਤਿਗੁਰਾਂ ਨੇ ਉਹਨਾਂ ਨੂੰ ਸੰਪੂਰਨਤਾ ਬਖਸ਼ਿਸ਼ ਕਰਨੀ ਹੈ ਤੇ ਉਹ ਸਤਿਗੁਰਾਂ ਨੂੰ ਹੱਥ ਜੋੜ ਕੇ ਤੇ ਅੱਗੋਂ ਜਵਾਬ ਦਿੰਦੇ ਨੇ, ਫਤਿਹ ਦਾ ਜਵਾਬ ਫਤਿਹ ਵਿੱਚ। ਇਸੇ ਤਰ੍ਹਾਂ ਸਤਿਗੁਰਾਂ ਨੇ ਉਹਨਾਂ 5 ਸਿੱਖਾਂ ਦੇ ਜਿਨ੍ਹਾਂ ਦੇ ਸੀਸ ਲਏ ਸਨ ਤੇ ਸਾਰਿਆਂ ਨੂੰ ਵਾਰੀ-ਵਾਰੀ 5-5 ਚੂਲੇ ਛਕਾਏ, 5-5 ਚੂਲੇ ਨੇਤਰਾਂ ਵਿੱਚ ਪਾਏ, 5-5 ਚੂਲੇ ਕੇਸਾਂ ਵਿੱਚ ਪਾ ਕੇ ਤੇ ਉਹਨਾਂ ਨੂੰ ਨਾਮ ਦੇ ਦਿੱਤਾ ਖਾਲਸਾ। ਤੇ ਸਿੰਘ ਦੀ ਉਪਾਧੀ ਦਸ਼ਮੇਸ਼ ਪਿਤਾ ਨੇ ਸਾਨੂੰ ਇੱਥੇ ਬਖਸ਼ਿਸ਼ ਕੀਤੀ ਹੈ। ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਸੀ ਉਹਨੂੰ ਸੰਪੂਰਨਤਾ ਬਖਸ਼ੀ ਹੈ ਦਸ਼ਮੇਸ਼ ਪਿਤਾ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਪ੍ਰਮਾਤਮ ਕੀ ਮੌਜ। ਉਹ ਖਾਲਸਾ ਜੋ ਸਤਿਗੁਰੂ ਹੁਕਮ ਪਾ ਕੇ ਪ੍ਰਮਾਤਮਾ ਕੋਲੋਂ ਆਏ ਸਨ, ਉਸ ਖਾਲਸੇ ਨੂੰ ਸਤਿਗੁਰਾਂ ਨੇ ਇਸ ਪਾਵਨ ਧਰਤੀ ਤੇ ਪ੍ਰਗਟ ਕੀਤਾ। ਤੇ ਮਾਰਚ 1699 ਦੀ ਵਿਸਾਖੀ ਵਾਲੇ ਦਿਨ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ, ਜਿਵੇਂ ਕਿ ਕਹਿੰਦੇ ਕਿ ਇਤਿਹਾਸ ਵਿੱਚ ਮਿਲਦਾ ਕਿ ਉਸ ਵਕਤ ਇੱਕ ਸੂਈਆ ਸੀ ਅਬਦੁੱਲਾ ਤੁਰਾਨੀ, ਉਹਨੇ ਵੀ ਆਪਣੀ ਜਿਹੜੀ ਆਖਰੀ ਰਿਪੋਰਟ ਸੀ ਔਰੰਗਜ਼ੇਬ ਨੂੰ ਭੇਜੀ, ਜਿਸ ਵਿੱਚ ਸਾਰਾ ਹਵਾਲਾ ਉਹਨੇ ਲਿਖਿਆ ਕਿ ਕਿਵੇਂ ਇੱਥੇ ਸਾਰਾ ਵਰਤਾਰਾ ਵਾਪਰਿਆ। ਔਰ ਉਹਨੇ ਵੀ ਕਿਹਾ ਕਿ ਅੱਜ ਇਹ ਮੇਰੀ ਤੈਨੂੰ ਆਖਰੀ ਰਿਪੋਰਟ ਹੈ। ਤੇ ਉਹਨੇ ਵੀ ਉਸ ਦਿਨ ਕਲਗੀਧਰ ਪਾਤਸ਼ਾਹ ਦੇ ਕੋਲੋਂ ਅੰਮ੍ਰਿਤਪਾਨ ਕੀਤਾ ਤੇ ਆਪਣਾ ਨਾਂ ਜਿਹੜਾ ਸੀ ਉਹਦਾ ਰੱਖਿਆ ਗਿਆ ਅਜਮੇਰ ਸਿੰਘ ਜੀ, ਉਸ ਮੁਸਲਮਾਨ ਨੇ। ਮਤਲਬ ਉਸ ਵਕਤ ਇੰਨਾ ਵੱਡਾ ਇੱਕ ਇਨਕਲਾਬ ਜਿਹੜਾ ਸੀ ਦਸ਼ਮੇਸ਼ ਪਿਤਾ ਨੇ ਸਿੱਖ ਕੌਮ ਦੇ ਵਿੱਚ ਲਿਆਂਦਾ ਕਿ ਸਾਨੂੰ ਸਿੰਘ ਦੀ ਉਪਾਧੀ ਬਖਸ਼ਿਸ਼ ਕਰਕੇ ਛੋਟੇ ਵੱਡੇ ਪਤਾਸੇ ਜਿਹੜੇ ਆਪਾਂ ਬਾਟੇ ਦੇ ਵਿੱਚ ਪਾਉਂਦੇ ਆ ਨਾ, ਛੋਟੇ ਵੱਡੇ ਪਤਾਸੇ ਪਾਉਣ ਦਾ ਮਤਲਬ ਇਹ ਹੈ ਕਿ ਅੱਜ ਇਹਨਾਂ ਛੋਟੇ ਵੱਡੇ ਪਤਾਸਿਆਂ ਤੇ ਵਾਂਗ ਜਿਵੇਂ ਇਹ ਸਾਰੇ ਉਸ ਜਲ ਵਿੱਚ ਰਲ ਗਿਆ, ਮਿਕਸ ਹੋ ਗਿਆ, ਉਹਦੇ ਵਿੱਚ ਬਾਣੀ ਪੜ੍ਹੀ ਗਈ ਤੇ ਉਹ ਆਬੇ ਹਿਆਤ ਬਣ ਗਿਆ, ਉਹ ਅੰਮ੍ਰਿਤ ਬਣ ਗਿਆ। ਇਸੇ ਤਰ੍ਹਾਂ ਸਤਿਗੁਰਾਂ ਨੇ ਛੋਟੀਆਂ ਵੱਡੀਆਂ ਜਾਤਾਂ ਨੂੰ, ਜਿਨ੍ਹਾਂ ਦੇ ਬਾਰੇ ਵੀ ਸਤਿਗੁਰਾਂ ਨੇ ਇਹ ਸ਼ਬਦ ਕਹੇ ਸਨ ਕਿ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ, ਉਹਨਾਂ ਛੋਟੀਆਂ ਵੱਡੀਆਂ ਜਾਤਾਂ ਨੂੰ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸੋ ਕਿਆ ਰੀਸ। ਏਡਾ ਵੱਡਾ ਇਨਕਲਾਬ ਦਸ਼ਮੇਸ਼ ਪਿਤਾ ਨੇ ਉਸ ਦਿਨ 1699 ਦੀ ਵਿਸਾਖੀ ਵਾਲੇ ਦਿਨ ਇਸ ਧਰਤੀ ਤੇ ਲਿਆਂਦਾ ਕਿ ਜਿਸ ਸਾਜੇ ਹੋਏ ਖਾਲਸੇ ਨੇ ਹਕੂਮਤ ਦੀਆਂ ਜੜ੍ਹਾਂ ਤੱਕ ਹਿਲਾ ਕੇ ਰੱਖ ਦਿੱਤੀਆਂ, ਜਿਸ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਤੇ ਧਰਮ ਦਾ ਪ੍ਰਕਾਸ਼ ਕਰਨ ਵਾਸਤੇ ਸਤਿਗੁਰੂ ਜੀ ਇਸ ਧਰਤੀ ਤੇ ਮਾਤ ਲੋਕ ਤੇ ਮਾਤਾ ਦੇ ਉਦਰ ਵਿੱਚ ਪੈ ਕੇ ਸਤਿਗੁਰੂ ਪ੍ਰਕਾਸ਼ ਧਾਰਨ ਕੀਤਾ। ਉਸ ਸੰਕਲਪ ਨੂੰ, ਉਸ ਹੁਕਮ ਨੂੰ ਦਸ਼ਮੇਸ਼ ਪਿਤਾ ਨੇ ਇਸ ਧਰਤੀ ਤੇ ਪੂਰਾ ਕੀਤਾ ਜੀ। ਸੋ ਬਿਲਕੁਲ ਸਿੰਘ ਸਾਹਿਬ ਜੀ, ਇਹ ਮੈਂ ਸਮਝਦਾ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬੜੀ ਮਹਾਨ ਇੱਕ ਕਿਰਪਾ ਸੀ। ਕਿਰਪਾ ਐਸੀ ਵਰਤ ਰਹੀ ਸੀ ਕਿ ਉਹ ਅਬੁਲ ਦੁਰਾਨੀ ਜਿਹੜਾ ਉਹ ਵੀ ਰਹਿ ਨਹੀਂ ਸਕਿਆ, ਉਹ ਵੀ ਉਸੇ ਕਤਾਰ 'ਚ ਆਉਣ ਲੱਗਿਆ। ਸੋ ਮੈਂ ਸਮਝਦਾ ਕਿ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਮਿਹਰ ਕੀਤੀ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਰਨਾ ਕੀਜੈ। ਇਹ ਜਿਹੜੀ ਖੇਡ ਕਲਾ ਜਿਹੜੀ ਹੈ ਪ੍ਰਤੱਖ ਇਸ ਪਵਿੱਤਰ ਧਰਤੀ ਤੇ ਵਰਤੀ ਤੇ ਇਸ ਕਲਾ ਨੇ ਹੀ ਮੈਨੂੰ ਲੱਗਦਾ ਕਿ ਹਿੰਦੁਸਤਾਨ ਦਾ ਜਿਹੜਾ ਨਕਸ਼ਾ ਉਹਨੂੰ ਬਦਲ ਕੇ ਰੱਖ ਦਿੱਤਾ। ਇਹ ਜੋ ਮੌਜੂਦਾ ਸਰੂਪ ਅਸੀਂ ਤੱਕਦੇ ਪਏ ਹਾਂ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਦੇਣ। ਦਰੇ ਖੈਬਰ ਤੱਕ ਖਾਲਸੇ ਨੇ ਬੰਦ ਕਰ ਦਿੱਤੇ ਜਿੱਥੋਂ ਕਿ ਹਮਲਾਵਰ ਚੜ੍ਹ ਕੇ ਆਉਂਦੇ ਸੀ। ਮੈਂ ਸਮਝਦਾ ਕਿ ਬੜਾ ਵੱਡਾ ਪ੍ਰਭਾਵ ਇਸ ਕਲਾ ਦਾ ਜਿਹੜਾ ਆਪਾਂ ਨੂੰ ਇਤਿਹਾਸ ਦੇ ਵਿੱਚ ਸਾਨੂੰ ਇਹਦੇ ਦਰਸ਼ਨ ਹੁੰਦੇ ਨੇ, ਜੋ ਕਲਾ ਵਿਸਾਖੀ ਵਾਲੇ ਦਿਨ 1699 ਦੀ ਵਿਸਾਖੀ ਨੂੰ ਮਾਰੇ ਨੇ। ਖੰਡੇ ਬਾਟੇ ਦੇ ਅੰਮ੍ਰਿਤ ਦੀ ਤਾਕਤ ਹੈ
ਕਿ ਜਿਹਨੂੰ ਦਰਰਾ ਖੈਬਰ ਕਰਕੇ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਦਰਰਾ ਖੈਬਰ, ਜਿਵੇਂ ਅਸੀਂ ਸੁਣਿਆ ਇਤਿਹਾਸਕਾਰਾਂ ਦੇ ਕੋਲੋਂ ਕਿ ਉਹਦਾ ਰਸਤਾ ਜਿਹੜਾ ਕੇਵਲ 13 ਮੀਟਰ ਹੈ, 13 ਜਾਂ 11 ਮੀਟਰ ਦਾ ਉਹ ਰਸਤਾ ਹੈ, ਜਿਸ ਰਸਤੇ ਤੋਂ ਸਦੀਆਂ ਤੋਂ ਹਮਲਾਵਰ ਆਉਂਦੇ ਸਨ ਤੇ ਹਿੰਦੁਸਤਾਨ ਦਾ ਧਨ ਦੌਲਤ ਬਹੁ ਬੇਟੀਆਂ ਲੁੱਟ ਕੇ ਤੇ ਇੱਥੋਂ ਲਿਜਾ ਕੇ ਮਹਿਮੂਦ ਗਜਨਵੀ ਵਰਗੇ ਗਜਨੀ ਵਿੱਚ ਲਿਜਾ ਕੇ ਤੇ ਮੰਡੀਆਂ ਲਾ ਕੇ ਟਕੇ ਤੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਵੇਚਿਆ ਕਰਦੇ ਸਨ। ਉਸ ਦਰਰਾ ਖੈਬਰ ਨੂੰ ਜੇਕਰ ਰੋਕਿਆ ਤਾਂ ਇਸ ਧਰਤੀ ਤੋਂ ਪ੍ਰਾਪਤ ਕੀਤੇ ਹੋਏ ਖੰਡੇ ਬਾਟੇ ਦੀ ਪਾਹੂ ਛਕਣ ਵਾਲੇ ਸਿੰਘਾਂ ਨੇ ਰੋਕਿਆ। ਇਹ ਅੰਮ੍ਰਿਤ ਦੀ ਤਾਕਤ ਹੈ। ਤੇ ਇਸ ਤਾਕਤ ਨੇ ਮੈਂ ਸਮਝਦਾ ਕਿ ਜੋ ਇਤਿਹਾਸ ਦੇ ਵਿੱਚ ਸਾਨੂੰ ਦਰਸ਼ਨ ਹੁੰਦੇ ਨੇ, ਚਾਹੇ ਛੋਟੇ ਸਾਹਿਬਜ਼ਾਦਿਆਂ ਤੋਂ ਲੈ ਕੇ ਤੇ ਭਾਈ ਮਨੀ ਸਿੰਘ ਤੱਕ, ਜੋ ਜਜ਼ਬਾ, ਜੋ ਕੁਰਬਾਨੀ ਦਾ ਜਜ਼ਬਾ, ਉਹ ਵੀ ਇਸ ਧਰਤੀ ਨੇ ਸਾਨੂੰ ਬਖਸ਼ਿਸ਼ ਕੀਤਾ ਕਿ ਧਰਮ ਤੋਂ ਡੋਲਣਾ ਜਿਹੜਾ ਉਹ ਨਾ ਗਵਾਰਾ ਹੋ ਗਿਆ। ਚਾਹੇ ਛੋਟੇ ਬੱਚੇ ਨੇ, ਚਾਹੇ ਕੋਈ ਮਾਤਾਵਾਂ ਨੇ, ਸਾਨੂੰ ਗੁੜਤੀ ਇੱਥੋਂ ਖੰਡੇ ਬਾਟੇ ਦੀ ਜਿਹੜੀ ਪ੍ਰਾਪਤ ਹੋਈ ਹੈ, ਮੈਂ ਸਮਝਦਾ ਕਿ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਰਹਿਮਤ ਉਸ ਵੇਲੇ ਕੀਤੀ ਹੈ ਜੀ। ਸੋ ਅਸੀਂ ਸਿੰਘ ਸਾਹਿਬ ਜੀ ਚਾਹਾਂਗੇ ਕਿ ਇਸ ਮੌਕੇ 'ਤੇ, ਕਿਉਂਕਿ ਵਿਸਾਖੀ ਦਾ ਦਿਹਾੜਾ, ਸੰਗਤਾਂ ਦੇ ਮਨਾਂ ਦੇ ਵਿੱਚ ਥੋੜ੍ਹਾ ਜਿਹਾ ਇਸ ਵਕਤ ਇਹ ਵੀ ਹੈ ਕਿ ਅਸੀਂ ਉਸ ਢੰਗ ਦੇ ਨਾਲ ਵਿਸਾਖੀ ਨਹੀਂ ਐਰਕਾਂ ਮਨਾ ਪਾ ਰਹੇ ਜਿਵੇਂ ਪਹਿਲਾਂ ਮਨਾਈ ਜਾਂਦੀ ਸੀ। ਪਰ ਫਿਰ ਵੀ ਜਿਵੇਂ ਕਿ ਆਦੇਸ਼ ਪ੍ਰਾਪਤ ਹੋਏ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਗਤਾਂ ਨੇ ਨਾਮ ਜਪਿਆ ਹੈ, ਸਹਿਜ ਪਾਠ ਕੀਤੇ ਗਏ ਨੇ। ਸੋ ਆਪਣੇ ਆਪਣੇ ਢੰਗ ਦੇ ਨਾਲ ਸੰਗਤਾਂ ਗੁਰੂ ਚਰਨਾਂ ਦੇ ਨਾਲ ਜੁੜ ਰਹੀਆਂ ਨੇ। ਸੋ ਇਸ ਮੌਕੇ 'ਤੇ ਅਸੀਂ ਚਾਹਾਂਗੇ ਕਿ ਆਪ ਜੀ ਸੰਗਤਾਂ ਨੂੰ ਕੁਝ ਉਪਦੇਸ਼ ਹੈ ਇਸ ਵਕਤ ਦ੍ਰਿੜ ਕਰਾਉਂਦੇ, ਤਾਂ ਕਿ ਸਾਡੇ ਮਨਾਂ ਦੇ ਵਿੱਚ ਅੱਜ ਦੇ ਦਿਹਾੜੇ ਦਾ ਜਿਹੜਾ ਸੰਕਲਪ ਹੈ ਉਹ ਵਸ ਜਾਵੇ ਜੀ। ਦੇਖੋ, ਸੰਗਤ ਤੇ ਸਿਹਤ ਦਾ ਖਿਆਲ ਰੱਖਦਿਆਂ ਹੋਇਆਂ ਜੋ ਪ੍ਰੀਕਾਸ਼ਨਸ ਨੇ, ਜੋ ਹਦਾਇਤਾਂ ਸਾਨੂੰ ਸਿਹਤ ਵਿਭਾਗ ਵੱਲੋਂ ਦੁਨੀਆ ਭਰ ਵਿੱਚ ਜਾਰੀ ਕੀਤੀਆਂ ਗਈਆਂ, ਉਹਨਾਂ ਦਾ ਸਾਰਾ ਪਾਲਣ ਕਰਦਿਆਂ ਹੋਇਆ ਜੋ ਪਿਛਲੇ ਦਿਨ ਪੰਜ ਸਿੰਘ ਸਾਹਿਬਾਨ ਨੇ ਜੋ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇਕੱਤਰਤਾ ਕਰਕੇ ਉਸ ਵਿੱਚ ਵਿਚਾਰ ਕਰਕੇ ਤੇ ਸੰਗਤ ਵਾਸਤੇ ਇੱਕ ਅਪੀਲ ਜਿਹੜੀ ਹੈ ਉਹ ਜਾਰੀ ਕੀਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਕਿ ਇਸ ਵਾਰ ਵੱਡੇ ਇਕੱਠ ਨਾ ਕੀਤੇ ਜਾਣ, ਔਰ ਬੜੇ ਦੁਖੀ ਮਨ ਦੇ ਨਾਲ ਇਹ ਸ਼ਬਦ ਜਿਹੜਾ ਇਹ ਸੰਗਤ ਨੂੰ ਕਹਿਣਾ ਪੈਂਦਾ ਹੈ, ਕਿਉਂਕਿ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ, ਜੇਕਰ ਆਪਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਈਏ, ਜਿੱਥੇ ਤਕਰੀਬਨ ਔਸਤਨ ਜਿਹੜੀ ਹੈ ਉਹ 1.25 ਲੱਖ 1.5 ਲੱਖ ਦੇ ਕਰੀਬ ਸੰਗਤ ਜਿਹੜੀ ਹੈ ਉਹ ਹਰ ਰੋਜ਼ ਹਰਿਮੰਦਰ ਸਾਹਿਬ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਸਿੱਖ ਜਿਹੜੇ ਨੇ ਮੱਥਾ ਟੇਕਦੇ ਨੇ, ਗੈਰ ਸਿੱਖ ਆ ਕੇ ਮੱਥਾ ਟੇਕਦੇ ਨੇ, ਆਪਣੀ ਜੋ ਸ਼ਰਧਾ ਵਿਅਕਤ ਕਰਦੇ ਨੇ ਗੁਰੂ ਦੇ ਚਰਨਾਂ ਵਿੱਚ ਆ ਕੇ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਹੈ, ਇਸੇ ਤਰ੍ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਹੈ, ਹਜ਼ੂਰ ਸਾਹਿਬ ਹੈ, ਜਿੰਨੇ ਵੀ ਬਾਕੀ ਸਤਿਗੁਰਾਂ ਦੇ ਪਾਵਨ ਪਵਿੱਤਰ ਸਥਾਨ ਨੇ, ਸੰਗਤਾਂ ਉੱਥੇ ਬਹੁਤ ਵੱਡੀ ਗਿਣਤੀ ਵਿੱਚ, ਜਿਵੇਂ ਦਿੱਲੀ ਦੇ ਗੁਰਦੁਆਰੇ ਸਾਹਿਬਾਨ ਨੇ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਨੇ। ਔਰ ਜਿਵੇਂ ਅਸੀਂ ਦੇਖਦੇ ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਕਿ ਸੰਗਤ ਤਰਲੇ ਕਰਦੀ ਹੈ, ਸੰਗਤ ਦੇ ਮਨ ਵਿੱਚ ਬਹੁਤ ਜ਼ਿਆਦਾ ਵਿਰਾਗ ਇਸ ਗੱਲ ਦਾ ਆਉਂਦਾ ਹੈ। ਜਦੋਂ ਅਸੀਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਵੱਲ ਤੱਕਦੇ ਹਾਂ, ਅੱਜ ਦੇ ਹਾਲਾਤਾਂ ਵਿੱਚ ਵੇਖੀਏ ਤਾਂ ਬੜਾ ਮਨ ਦੁਖੀ ਹੁੰਦਾ ਹੈ ਕਿ ਜਿਸ ਸਤਿਗੁਰੂ ਦੀ ਪਰਿਕਰਮਾ ਦੇ ਵਿੱਚ ਹਰ ਵੇਲੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ, ਜਿਸ ਹਰਪੁਰ ਚਰਨਾਂ ਵਿੱਚ ਹਰ ਵੇਲੇ ਮਾਇਆ ਅਰਪਣ ਹੁੰਦੀ ਸੀ, ਹੋਰ ਸ਼ਰਧਾ ਵੱਲ ਸੰਗਤਾਂ ਆ ਕੇ ਵਸਤੂਆਂ ਭੇਟ ਕਰਦੀਆਂ ਸਨ, ਗੁਰੂ ਕੇ ਲੰਗਰਾਂ ਵਿੱਚ ਜਾ ਕੇ ਲੰਗਰ ਛਕਦੀਆਂ ਸਨ। ਅੱਜ ਉੱਥੇ ਬੇਸ਼ੱਕ ਮਰਿਆਦਾ ਮੁਕੰਮਲ ਚੱਲ ਰਹੀ ਹੈ, ਮਰਿਆਦਾ ਵਿੱਚ ਕਿਸੇ ਪ੍ਰਕਾਰ ਦੀ ਕੋਈ ਖੜੋਤ ਕਿਸੇ ਵੀ ਸਥਾਨ 'ਤੇ ਨਹੀਂ ਆ ਰਹੀ, ਕਿਉਂਕਿ ਪ੍ਰਸ਼ਾਸਨ ਵੱਲੋਂ ਮਰਿਆਦਾ ਚਲਾਉਣ ਸੰਬੰਧੀ ਪੂਰਾ ਸਾਥ ਦਿੱਤਾ ਜਾ ਰਿਹਾ। ਔਰ ਇਹ ਹੈ ਕਿ ਮਨ ਵਿੱਚ ਕਿਤੇ ਨਾ ਕਿਤੇ ਉਦਾਸੀ ਜ਼ਰੂਰ ਆ ਜਾਂਦੀ ਹੈ ਕਿ ਐਡਾ ਵੱਡਾ ਸਾਡਾ ਇਹ ਦਿਹਾੜਾ, ਖਾਲਸਾ ਪ੍ਰਗਟ ਦਿਹਾੜਾ, ਜਿੱਥੇ ਸਮੁੱਚਾ ਸੰਸਾਰ, ਜਿਵੇਂ ਸੁਣਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਹੈ ਕਿ ਲੱਖਾਂ ਲੋਕ ਨਗਰ ਕੀਰਤਨਾਂ 'ਚ ਇਕੱਠੇ ਹੁੰਦੇ ਆ, ਇੰਗਲੈਂਡ ਵਿੱਚ ਹੈ, ਅਮਰੀਕਾ ਵਿੱਚ ਹੈ, ਜਿੱਥੇ ਵੀ ਸੰਗਤ ਗੁਰੂ ਨਾਨਕ ਨਾਮ ਲੇਵਾ ਵਸਦੀ ਹੈ, ਉੱਥੇ ਬਹੁਤ ਵੱਡੇ ਇਕੱਠ ਕੀਤੇ ਜਾਂਦੇ, ਅੰਮ੍ਰਿਤ ਸੰਚਾਰ ਹੁੰਦਾ, ਹਜ਼ਾਰਾਂ ਪ੍ਰਾਣੀ ਇਸ ਦਿਹਾੜੇ 'ਤੇ ਅੰਮ੍ਰਿਤ ਛਕ ਕੇ ਤੇ ਗੁਰੂ ਵਾਲੇ ਬਣਦੇ। ਪਰ ਇਸ ਵਾਰ ਜਿਹੜਾ ਹੈ ਕਿ ਜੋ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਬਿਮਾਰੀ ਤੋਂ ਬਚਾਅ ਕਰਨ ਵਾਸਤੇ ਆਪਣੇ ਘਰਾਂ ਵਿੱਚ ਰਹਿ ਕੇ ਹੀ ਬਾਣੀ ਪੜ੍ਹੀ ਜਾਏ, ਸਹਿਜ ਪਾਠ ਆਰੰਭ ਕੀਤੇ ਜਾਣ, ਜਾਂ ਗੁਰਦੁਆਰੇ ਸਾਹਿਬਾਨਾਂ ਵਿੱਚ ਕੇਵਲ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣ, ਸੋਧਾਂ ਮੁਤਾਬਕ ਜਾਂ ਸਹਿਜ ਪਾਠ ਆਰੰਭ ਕੀਤੇ ਜਾਣ, ਤੇ ਵੱਡੇ ਇਕੱਠ ਨਾ ਕਰਕੇ ਅਖੰਡ ਪਾਠ ਜਾਂ ਸਹਿਜ ਪਾਠ ਦੀ ਸੰਪੂਰਨਤਾ ਕਰਕੇ ਤੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਏ, ਤੇ ਦਸ਼ਮੇਸ਼ ਪਿਤਾ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕੀਤਾ ਜਾਏ। ਉਸ ਗੁਰੂ ਦਾ ਸਾਨੂੰ ਅਸੀਂ ਸ਼ੁਕਰਾਨਾ ਕਰੀਏ ਕਿ ਜੇ ਸਤਿਗੁਰੂ ਨੇ ਸਾਨੂੰ ਖੰਡੇ ਬਾਟੇ ਦੀ ਦਾਤ ਬਖਸ਼ਿਸ਼ ਕੀਤੀ, ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ
ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਕਿਉਂਕਿ ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤਪਾਨ ਕਰਵਾਉਂਦੇ ਆ ਉਦੋਂ ਕਹਿੰਦੇ ਨੇ ਕਿ ਅੱਜ ਤੋਂ ਆਪ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਮਾਤਾ ਸਾਹਿਬ ਕੌਰ ਜੀ ਨੇ ਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ ਤੇ ਜਾਤ ਹੈ ਤੁਹਾਡੀ ਇਸ ਵਕਤ ਅੱਜ ਤੋਂ ਖਾਲਸਾ ਤੇ ਨਾਨਕ ਜਿਹੜੇ ਨੇ ਉਹ ਗੁਰੂ ਕੇ ਲਾਹੌਰ ਨੇ। ਕਿੱਡਾ ਵੱਡਾ ਮਾਣ ਸਾਨੂੰ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ ਕੀਤਾ ਤੇ ਅੱਜ ਸਾਡਾ ਬੜੇ ਦੁਖੀ ਮਨ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਬਹੁਤ ਵੱਡੇ ਇਕੱਠ ਕਰਕੇ ਅਸੀਂ ਇਹਨਾਂ ਸਮਾਗਮਾਂ ਨੂੰ ਜਿਹੜਾ ਖਾਲਸਾ ਸਾਜਣਾ ਦਿਵਸ ਹੈ ਉਹ ਨਹੀਂ ਮਨਾ ਪਾਵਾਂਗੇ। ਔਰ ਸੰਗਤ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਆਪਣੇ ਘਰਾਂ ਵਿੱਚ ਰਹਿ ਕੇ ਆਪਣੀ ਸਿਹਤ ਦਾ ਖਿਆਲ ਰੱਖੋ, ਆਪਣੇ ਘਰਾਂ ਵਿੱਚ ਰਹਿ ਕੇ ਸਹਿਜ ਪਾਠ ਆਰੰਭ ਕੀਤੇ ਜੋ ਉਹਨਾਂ ਦੇ ਭੋਗ ਪਾਏ ਜਾਣ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾਏ, ਖਾਲਸਾ ਸਾਜਣਾ ਦਿਵਸ ਮਨਾਇਆ ਜਾਏ ਔਰ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਜਾਏ ਜੀ। ਸੋ ਬਿਲਕੁਲ ਸਿੰਘ ਸਾਹਿਬ ਜੀ, ਇਹ ਸਮੇਂ ਦੀ ਨਜ਼ਾਕਤ ਮੈਂ ਸਮਝਦਾ। ਵੈਸੇ ਪਿਛਲੇ ਮਹੀਨੇ ਜਦੋਂ ਆਪਾਂ ਹੋਲੇ ਮਹੱਲੇ ਦੇ ਮੌਕੇ ਇਕੱਠੇ ਹੋਏ ਸੀ, ਇੱਕ ਮਨ ਦੇ ਉੱਤੇ ਬੜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਹੋਰ ਸੰਗਤਾਂ ਦੀ ਸ਼ਰਧਾ ਵਧੀ ਹੈ ਕਿ ਬੜਾ ਭਾਰੀ ਇਕੱਠ ਸੀਗਾ। ਤੇ ਐਸੀਆਂ ਵੀ ਰਿਪੋਰਟਾਂ ਆਈਆਂ ਕਿ ਜਿਹੜੇ ਬਜ਼ੁਰਗ ਸਿੰਘ ਜਿਹੜੇ ਚੜ੍ਹਾਈ ਕੀਤੇ ਨੇ ਉਹ ਹੋਲੇ ਮਹੱਲੇ 'ਚ 3 ਦਿਨ ਰਹਿ ਕੇ ਗਏ ਨੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਲਾ ਐਸੀ ਹੈ ਕਿ ਉਹਨਾਂ ਨੇ ਆਪਣੇ ਖਾਲਸਾ ਪੰਥ ਨੂੰ ਆਂਚ ਨਹੀਂ ਆਉਣ ਦਿੱਤੀ। ਸੋ ਗੁਰੂ ਦੀ ਮਿਹਰ ਪੂਰੀ ਆ ਮੈਂ ਸਮਝਦਾ, ਐਸੀ ਗੱਲ ਨਹੀਂ। ਪਰ ਇੱਕ ਇਤਿਹਾਤ ਜਿਹੜੇ ਨੇ ਸਾਨੂੰ ਵਰਤਣੇ ਬਣਦੇ ਨੇ ਕਿਉਂਕਿ ਇਤਿਹਾਤ ਬੜੇ ਜ਼ਰੂਰੀ ਨੇ। ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਮਨ ਬੜਾ ਵਿਰਾਗ 'ਚ ਚਲਾ ਗਿਆ ਸੀ ਸਿੰਘ ਸਾਹਿਬ ਜੀ ਪਿਛਲੇ ਦਿਨੀ ਜਦੋਂ ਪਤਾ ਲੱਗਿਆ ਕਿ ਅਨੰਦਪੁਰ ਸਾਹਿਬ ਤੋਂ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਮੇਰੇ ਖਿਆਲ 150-200 ਸੈਂਪਲ ਉਹਨਾਂ ਨੇ ਲਏ ਸੀ ਜਿਹੜੇ ਸਿੰਘ ਉੱਧਰੋਂ ਹੋਲੇ ਮਹੱਲੇ ਤੋਂ ਹੋ ਕੇ ਆਏ ਸੀ, ਕਿਸੇ ਦਾ ਕੋਈ ਪੋਜ਼ੀਟਿਵ ਨਹੀਂ ਆਇਆ। ਮੈਂ ਸਮਝਦਾ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਮੇਰਾ ਰਹਿਮਤਾਂ ਦੀ ਕੋਈ ਕਮੀ ਨਹੀਂ। ਠੀਕ ਆ, ਅਸੀਂ ਪ੍ਰਬੰਧਕੀ ਇਤਿਹਾਤ ਜਿਹੜੇ ਨੇ ਉਹ ਵਰਤਣੇ ਹੁੰਦੇ ਨੇ। ਬਿਲਕੁਲ ਜੀ, ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਹੈ ਹਰ ਵੇਲੇ ਕਿਉਂਕਿ ਗੁਰੂ ਕੀ ਬਾਣੀ ਦਾ ਬਚਨ ਹੈ, ਸਾਧ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ। ਕਿਉਂਕਿ ਉਹ ਸ਼ੁਰੂਆਤੀ ਦੌਰ ਸੀ ਇਸ ਵਾਇਰਸ ਦਾ ਤੇ ਬੇਸ਼ੱਕ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ, ਅਸੀਂ ਵੀ ਬੇਨਤੀਆਂ ਵੀ ਕੀਤੀਆਂ ਕਿ ਸੰਗਤ ਚੜ੍ਹਦੀ ਕਲਾ ਵਿੱਚ ਆਵੇ ਔਰ ਇਤਿਹਾਤ ਜਿਹੜਾ ਨਾ ਉਹ ਜ਼ਰੂਰ ਰੱਖਿਆ ਜਾਏ ਕਿਉਂਕਿ ਹਦਾਇਤਾਂ ਦਾ ਪਾਲਣ ਜਿਹੜਾ ਉਹ ਜ਼ਰੂਰ ਕੀਤਾ ਜਾਏ। ਤੁਸੀਂ ਦੇਖਿਆ ਕਿ ਲੱਖਾਂ ਦੀ ਗਿਣਤੀ ਸੰਗਤ ਇੱਥੇ ਇਕੱਠੀ ਹੋਈ ਹੈ ਔਰ ਕਈ ਨਿੰਦਕਾਂ ਨੇ ਇਹ ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਦੇਖੋ ਇਹ ਅਨੰਦਪੁਰ ਸਾਹਿਬ ਗਿਆ, ਉੱਥੇ ਜਾ ਕੇ ਗਿਆਨੀ ਬਲਦੇਵ ਸਿੰਘ ਨੂੰ ਇਹ ਜਿਹੜੀ ਬਿਮਾਰੀ ਸੀ ਕਰੋਨਾ ਵਾਇਰਸ ਦੀ, ਇਹ ਬਿਮਾਰੀ ਉੱਥੋਂ ਹੋਈ। ਲੇਕਿਨ ਦਸ਼ਮੇਸ਼ ਪਿਤਾ ਦੀ ਇੰਨੀ ਕਿਰਪਾ ਹੈ ਕਿ ਮੈਂ ਬਿਲਕੁਲ ਸੰਗਤ ਨੂੰ ਕਹਿਣਾ ਚਾਹੁੰਦਾ ਕਿ ਮੈਂ ਖੁਦ ਆਪ ਇੱਥੇ ਹਾਜ਼ਰ ਹਾਂ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਮੈਨੂੰ ਮਿਲੀ ਹੈ। ਬਹੁਤ ਨੇੜੇ ਹੋ ਕੇ ਸੰਗਤ ਨੂੰ ਅਸੀਂ ਮਿਲੇ ਹਾਂ, ਸੰਗਤ ਦੇ ਵਿੱਚ ਵਿਚਰੇ ਹਾਂ, ਸੰਗਤ ਦੇ ਵਿੱਚ ਥਾਂ ਥਾਂ 'ਤੇ ਅਸੀਂ ਆਪ ਜਾ ਕੇ ਤੇ ਸੰਗਤ ਦਾ ਜਿੱਥੇ ਕੋਈ ਸੇਵਾਵਾਂ ਕਰ ਰਹੇ ਸਨ ਉਹਨਾਂ ਦਾ ਸਨਮਾਨ ਵੀ ਕੀਤਾ ਤੇ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਅੱਜ ਅਸੀਂ ਟੈਲੀਵਿਜ਼ਨ ਦੇ ਰਾਹੀਂ ਸੰਗਤ ਟੀਵੀ ਦੇ ਰਾਹੀਂ ਹੋ ਰਹੇ ਹਾਂ ਕਿ ਦੇਖੋ ਤੁਹਾਡੇ ਸਾਹਮਣੇ ਬੈਠੇ ਆ। ਸਾਡਾ ਸੈਂਕੜੇ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਇੱਥੇ ਆਏ ਹੋਏ ਸਨ, ਲੱਖਾਂ ਦੀ ਗਿਣਤੀ ਦੀ ਸੰਗਤ ਆਈ ਸੀ ਤੇ ਅੱਜ ਹੋਲੇ ਮਹੱਲੇ ਨੂੰ ਬੀਤੇ ਹੋਏ ਤਕਰੀਬਨ 1 ਮਹੀਨੇ ਤੋਂ 4 ਦਿਨ ਉੱਪਰ ਹੋ ਚੁੱਕੇ ਆ ਤੇ ਕਿਸੇ ਪ੍ਰਕਾਰ ਦੀ ਕੋਈ ਹੋਲੇ ਮਹੱਲੇ ਤੇ ਆ ਕੇ ਕਿਸੇ ਨੂੰ ਇਹ ਪ੍ਰੋਬਲਮ ਹੋਈ ਹੋਵੇ ਜਾਂ ਇੱਥੋਂ ਕੋਈ ਪ੍ਰੋਬਲਮ ਲੈ ਕੇ ਆਪਣੇ ਘਰ ਗਿਆ ਹੋਵੇ, ਐਸਾ ਕੋਈ ਨਹੀਂ। ਪਰ ਅੱਜ ਬੜਾ ਦੁੱਖ ਹੋਇਆ ਕਿ ਇੱਕ ਜ਼ਿੰਮੇਵਾਰ ਬੰਦੇ ਵੱਲੋਂ ਕਿਤੇ ਡਿਬੇਟ ਕਿਸੇ ਨਾਲ ਕੀਤੀ ਜਾ ਰਹੀ ਹੈ ਤੇ ਉਹ ਗਿਆਨੀ ਬਲਦੇਵ ਸਿੰਘ ਨੂੰ ਹਜ਼ੂਰੀ ਕੀਰਤਨੀਆਂ ਕਹਿ ਰਿਹਾ ਹੈ ਕੇਸਗੜ੍ਹ ਸਾਹਿਬ ਦਾ ਹਜ਼ੂਰੀ ਰਾਗੀ ਤੇ ਉਹ ਕਹਿ ਰਿਹਾ ਜੀ ਇਹ ਉੱਥੇ ਸਿੰਘ ਸਾਹਿਬਾਨ ਨੇ ਐਂ ਐਲਾਨ ਕੀਤਾ, ਉੱਥੇ ਸਿੰਘ ਸਾਹਿਬਾਨ ਨੇ ਐਂ ਐਲਾਨ ਕੀਤਾ। ਲੇਕਿਨ ਉਹਨੂੰ ਇਹ ਸਮਝਣਾ ਚਾਹੀਦਾ ਹੈ ਕਿ ਹੋਲੇ ਮਹੱਲੇ ਦੇ ਆਈਆਂ ਹੋਈਆਂ ਸੰਗਤਾਂ ਦੇ ਵਿੱਚੋਂ ਇੱਕ ਵੀ ਕੇਸ ਕਲਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਪੋਜ਼ਿਟਿਵ ਨਹੀਂ ਆਇਆ, ਜਦਕਿ ਗਿਆਨੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਹਦੀ ਰਿਪੋਰਟ ਜਿਹੜੀ ਸੀ ਉਹ ਆਈ ਹੈ। ਗਿਆਨੀ ਬਲਦੇਵ ਸਿੰਘ ਬਾਰੇ ਰੌਲਾ ਪਾਇਆ ਗਿਆ ਕਿ ਇੱਥੇ ਬਹੁਤ ਲੋਕਾਂ ਨੂੰ ਉਹ ਮਿਲਿਆ ਔਰ ਉਹਨੂੰ ਪੂਰਾ ਜਲੀਲ ਕੀਤਾ ਗਿਆ, ਉਹਦੇ ਪਰਿਵਾਰ ਨੂੰ ਜਲੀਲ ਕੀਤਾ ਗਿਆ ਔਰ ਖੁਸ਼ੀ ਦੀ ਗੱਲ ਹੈ ਕਿ ਉਹਦਾ ਸਾਰਾ ਪਰਿਵਾਰ ਵੀ ਨੈਗੇਟਿਵ ਆਇਆ ਔਰ ਗਿਆਨੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਹਦੀ ਜਿਹੜੀ ਰਿਪੋਰਟ ਸੀ ਉਹ ਆਈ ਹੈ ਕਿ ਉਹ ਪੋਜ਼ਿਟਿਵ ਸੀ। ਤੇ ਦਸ਼ਮੇਸ਼ ਪਿਤਾ ਦੀ ਇਹ ਕਿਰਪਾ ਹੈ ਕਿ ਇੱਥੇ ਪੂਰਾ ਇਹ ਸ਼ਹਿਰ ਅਨੰਦਪੁਰ ਸਾਹਿਬ ਔਰ ਪੂਰਾ ਜ਼ਿਲ੍ਹਾ ਬਿਲਕੁਲ ਸੇਫ ਸੀ, ਕਿਸੇ ਪ੍ਰਕਾਰ ਦੀ ਕਿਸੇ ਨੂੰ ਕੋਈ ਹੋਲੇ ਮਹੱਲੇ ਤੋਂ ਇਸ ਵਾਇਰਸ ਦੀ ਪ੍ਰੋਬਲਮ ਜਿਹੜੀ ਉਹ ਨਹੀਂ ਆਈ। ਇਹ ਕਲਗੀਧਰ ਪਾਤਸ਼ਾਹ ਦੀ ਪ੍ਰਤੱਖ ਕਲਾ ਵਰਤੀ ਆਪਾਂ ਕਹਿ ਸਕਦੇ ਹਾਂ।
ਸੋ ਬਿਲਕੁਲ ਗੁਰੂ ਕਲਗੀਧਰ ਪਾਤਸ਼ਾਹ ਸੰਗਤ ਜੀ ਕਲਾ ਵਰਤਾਉਂਦੇ ਰਹੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਤੋਂ ਵੱਡੀ ਕਲਾ ਤਾਂ ਉਹਨਾਂ ਨੇ ਖਾਲਸੇ ਦੀ ਸਾਜਨਾ ਕਰਕੇ ਵਰਤਾਈ। ਵੈਸੇ ਤੇ ਨਿਤਾ ਪ੍ਰਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਰਹਿਮਤ ਦੇ ਚੋਜ ਜਿਹੜੇ ਸੀ ਰੋਜ਼ ਹੀ ਵਰਤਦੇ ਸਨ। ਆਪਾਂ ਗੁਰੂ ਇਤਿਹਾਸ ਦੇ ਨਾਲ ਜਦ ਜੁੜਦੇ ਹਾਂ ਤਾਂ ਆਨੰਦ ਮਗਨ ਹੋ ਜਾਂਦੀ ਹੈ ਰੂਹ ਕਿ ਕੈਸੀ ਸਤਿਗੁਰ ਸੱਚੇ ਪਾਤਸ਼ਾਹ ਖੇਡ ਵਰਤਾਉਂਦੇ ਸਨ ਆਨੰਦਪੁਰੀ ਦੇ ਵਿੱਚ। ਸਦਾ ਹੀ ਆਨੰਦ ਇਸ ਧਰਤੀ ਤੇ ਵਰਤਦਾ। ਤੇ ਗੁਰੂ ਸਾਹਿਬ ਜੀ ਨੇ ਵੇਖੋ ਕਿੱਡੀ ਪ੍ਰਤੱਖ ਮਿਹਰ ਰਹਿਮਤ, ਜਿਵੇਂ ਸਿੰਘ ਸਾਹਿਬ ਜੀ ਨੇ ਗੱਲ ਕੀਤੀ ਹੈ, ਕੁਝ ਨਿੰਦਕਾਂ ਦੇ ਮੂੰਹ ਦੇ ਉੱਤੇ ਪਈ ਹੈ। ਉਹ ਜਿਵੇਂ ਕਹਿੰਦੇ ਨਾ ਚੰਨ ਤੇ ਥੁੱਕਿਆ ਮੂੰਹ ਤੇ ਆਣ ਪੈਂਦਾ, ਉਹਨਾਂ ਦੇ ਨਾਲ ਉਹ ਹੋਈ ਹੈ। ਕਿਉਂਕਿ ਕੁਝ ਲੋਕ ਐਸੇ ਨੇ ਉਹਨਾਂ ਦਾ ਕੰਮ ਹੀ ਇਹ, ਉਹ ਉਡੀਕਦੇ ਰਹਿੰਦੇ ਕਿ ਗੱਲ ਹੋਏ ਤੇ ਅਸੀਂ ਕੋਈ ਆਪਣਾ ਅੰਦਰ ਦੀ ਗੰਦਗੀ ਜਿਹੜੀ ਉਹਨੂੰ ਉਛਾਲੀਏ। ਪਰ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪ੍ਰਤੱਖ ਮਿਹਰ ਰਹਿਮਤ ਹੈ। ਸੋ ਬਿਲਕੁਲ ਇਹ ਰਹਿਮਤਾਂ ਸਿੰਘ ਸਾਹਿਬ ਜੀ ਸਦਾ ਹੀ ਮੈਨੂੰ ਲੱਗਦਾ ਵਰਤਦੀਆਂ ਨੇ ਤੇ ਵਰਤਦੀਆਂ ਰਹਿਣੀਆਂ ਨੇ। ਹੁਣੇ ਦਿੱਲੀ ਦੇ ਵਿੱਚ ਜਿਹੜਾ ਤੁਹਾਡੇ ਵੀ ਸ਼ਾਇਦ ਧਿਆਨ 'ਚ ਆਇਆ ਹੋਏਗਾ, ਜਿਹੜਾ ਪਹਿਲਾ ਪੇਸ਼ੈਂਟ ਕਰੋਨਾ ਦਾ ਪੋਜ਼ਿਟਿਵ ਆਇਆ ਸੀ, ਇੱਕ ਹਿੰਦੂ ਵੀਰ, ਉਹ ਬੰਗਲਾ ਸਾਹਿਬ ਦਾ ਜਲ ਛਕ ਕੇ ਉਹ ਤੰਦਰੁਸਤ ਹੋ ਗਿਆ। ਕਿੱਡੀ ਵੱਡੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਲਾ ਵਰਤਾਈ ਹੈ। ਸੋ ਐਸੀਆਂ ਮਿਹਰ ਰਹਿਮਤਾਂ ਵਰਤਦੀਆਂ ਪਈਆਂ ਨੇ, ਵਰਤਦੀਆਂ ਰਹਿਣੀਆਂ ਨੇ। ਇੱਕ ਸਿੰਘ ਸਾਹਿਬ ਜੀ ਆਪ ਜੀ ਨੇ ਬਚਨ ਸਾਂਝਾ ਕੀਤਾ ਸੀ ਕਿ ਇਸ ਦਿਹਾੜੇ ਦੇ ਮੌਕੇ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਦੇ ਜਹਾਜ਼ੇ ਚੜ੍ਹਦੀਆਂ ਨੇ। ਉਸ ਪ੍ਰਥਾਏ ਅਸੀਂ ਜ਼ਰੂਰ ਚਾਹਾਂਗੇ ਕਿ ਥੋੜ੍ਹਾ ਜਿਹਾ ਸਮਾਂ ਆਪ ਜੀ, ਕਿਉਂਕਿ ਆਪ ਜੀ ਪੰਜਾਂ ਪਿਆਰਿਆਂ ਦੇ ਵਿੱਚ ਵੀ ਅਗਵਾਈ ਕਰਦੇ ਰਹੇ ਹੋ, ਅਤੇ ਅੱਜ ਅਸੀਂ ਚਾਹਾਂਗੇ ਕਿ ਖੰਡੇ ਦੀ ਪਹੁਲ ਦੇ ਪ੍ਰਥਾਏ ਕੁਝ ਬਚਨ ਜ਼ਰੂਰ ਸੰਗਤਾਂ ਨਾਲ ਸਾਂਝੇ ਕਰੋ, ਤਾਂ ਕਿ ਜਿਹੜੇ ਮਨ ਤਿਆਰ ਹੋਏ ਨੇ, ਜਿਹੜੇ ਭਾਂਡੇ ਤਿਆਰ ਹੋਏ ਨੇ, ਉਹਨਾਂ ਦੇ ਵਿੱਚ ਗੁਰੂ ਸਾਹਿਬ ਦੀ ਮਿਹਰ ਰਹਿਮਤ ਵਰਤ ਜਾਏ। ਬਿਲਕੁਲ ਗੁਰਪ੍ਰੀਤ ਸਿੰਘ, ਦੇਖੋ 9ਵੇਂ ਗੁਰੂ ਸਾਹਿਬ ਤੱਕ ਚਰਨ ਪਾਹੁਲ ਦੇ ਕੇ ਤੇ ਸਿੱਖ ਬਣਾਇਆ ਜਾਂਦਾ ਸੀ ਕਿ ਜੋ ਚਰਨ ਪਾਹੁਲ ਲੈ ਲਏਗਾ ਉਹ ਗੁਰੂ ਦਾ ਸਿੱਖ ਬਣ ਜਾਏਗਾ। ਔਰ ਚਰਨ ਪਾਹੁਲ ਦੀ ਮਰਿਆਦਾ ਨੂੰ ਕਲਗੀਧਰ ਪਾਤਸ਼ਾਹ ਨੇ ਇਸ ਧਰਤੀ ਤੇ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਖੰਡੇ ਬਾਟੇ ਦੀ ਪਾਹੁਲ ਦੇ ਵਿੱਚ ਤਬਦੀਲ ਕੀਤਾ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਨ੍ਹਾਂ ਦਾ ਮਨ ਬਣਿਆ ਹੋਇਆ, ਭਾਂਡੇ ਤਿਆਰ ਨੇ, ਉਹਨਾਂ ਨੂੰ ਅੰਮ੍ਰਿਤਪਾਨ ਕਰਨਾ ਚਾਹੀਦਾ ਹੈ। ਔਰ ਜਿਹੜੇ ਭਾਂਡੇ ਨਹੀਂ ਵੀ ਤਿਆਰ, ਜਿਨ੍ਹਾਂ ਦਾ ਮਨ ਹਾਲੇ ਨਹੀਂ ਵੀ ਬਣਿਆ, ਉਹ ਬੇਨਤੀ ਜ਼ਰੂਰ ਸਰਵਣ ਕਰਨ। ਦੇਖੋ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਥ ਦੀ ਸਾਜਣਾ ਕਰ ਦਿੱਤੀ ਹੈ, 5 ਪਿਆਰੇ ਸਾਜ ਦਿੱਤੇ ਨੇ, ਉਹਨਾਂ ਦੇ ਨਾਮ ਨਾਲ ਸਿੰਘ ਲਕਬ ਲਾਤਾ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਸਾਰੇ 5 ਪਿਆਰੇ ਸਾਹਿਬਾਨਾਂ ਨੂੰ ਸਿੰਘ ਲਕਬ ਸਾਨੂੰ ਬਖਸ਼ਿਸ਼ ਕਰ ਦਿੱਤਾ, ਖਾਲਸੇ ਦੀ ਉਪਾਧੀ ਸਾਨੂੰ ਬਖਸ਼ਿਸ਼ ਕਰ ਦਿੱਤੀ। ਤੇ ਉਦੋਂ ਫਿਰ ਦਸ਼ਮੇਸ਼ ਪਿਤਾ ਨੇ ਵੀਰ ਆਸਣ ਬੈਠ ਕੇ ਆਪਣਾ ਚੋਲਾ ਕਰਕੇ ਤੇ 5 ਪਿਆਰੇ ਸਾਹਿਬਾਨ ਪਾਸੋਂ ਆਪ ਅੰਮ੍ਰਿਤ ਦੀ ਮੰਗ ਕੀਤੀ। ਜਿਵੇਂ ਮੈਂ ਬੇਨਤੀ ਕੀਤੀ ਨਾ ਕਿ ਉਹ ਸਾਰੇ ਇਸ ਗੱਲ ਨੂੰ ਸੁਣਨ ਕਿ ਕਲਗੀਧਰ ਪਾਤਸ਼ਾਹ ਨੂੰ ਅੰਮ੍ਰਿਤ ਪਾਨ ਕਰਨ ਦੀ ਕੀ ਲੋੜ ਸੀ। ਉਹ ਤੇ ਅੰਮ੍ਰਿਤ ਦੇਣ ਵਾਲੇ ਨੇ, ਉਹ ਤੇ ਸਾਨੂੰ ਜ਼ਿੰਦਗੀ ਦੇਣ ਵਾਲੇ ਨੇ, ਉਹਨਾਂ ਸਾਨੂੰ ਇਹ ਸਰੂਪ ਬਖਸ਼ਿਸ਼ ਕੀਤਾ। ਲੇਕਿਨ ਇੱਕ ਮਰਿਆਦਾ ਪੰਥ ਵਿੱਚ ਚਲਾਉਣੀ ਸੀ। ਦਸ਼ਮੇਸ਼ ਪਿਤਾ ਨੇ ਜੇਕਰ 5 ਪਿਆਰੇ ਸਾਜੇ, ਉਹਨਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ, ਤੇ 5 ਪਿਆਰੇ ਸਾਹਿਬਾਨ ਪਾਸੋਂ ਸਤਿਗੁਰਾਂ ਨੇ ਆਪ ਵੀ ਅੰਮ੍ਰਿਤ ਮੰਗਿਆ ਕਿ ਅੰਮ੍ਰਿਤ ਮੈਨੂੰ ਵੀ ਦਿਓ ਗੁਰੂ ਖਾਲਸਾ ਜੀ। ਗੋਬਿੰਦ ਆਖਿਆ 5 ਪਿਆਰਿਆਂ ਨੂੰ ਕਿ ਗੁਰੂ ਖਾਲਸਾ ਜੀ ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ੋ। ਜਿਵੇਂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ, ਧਰਮਦਾਸ ਤੋਂ ਧਰਮ ਸਿੰਘ ਬਣ ਗਏ ਹੋ, ਮੇਰੇ ਤੇ ਕਿਰਪਾ ਕਰੋ, ਮੈਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਜਾਵਾਂ, ਕਿਉਂਕਿ ਮੈਨੂੰ ਵੀ ਅੰਮ੍ਰਿਤ ਛਕਣਾ, ਮੈਂ ਵੀ ਅੰਮ੍ਰਿਤ ਛਕਣਾ। ਜੇਕਰ ਕਲਗੀਧਰ ਪਾਤਸ਼ਾਹ ਨੂੰ ਅੱਜ ਕੱਲ੍ਹ ਕਈ ਵਾਰਾਂ ਅਸੀਂ ਕਿਸੇ ਬਜ਼ੁਰਗ ਨੂੰ ਕਹੀਏ, ਕਿਸੇ ਅਧਖੜ ਉਮਰ ਦੇ ਅਧੇੜ ਉਮਰ ਦੇ ਨੂੰ ਕਹੀਏ ਕਿ ਭਾਈ ਤੂੰ ਅੰਮ੍ਰਿਤ ਛਕ ਲਿਓ, ਕਹੇਗਾ ਜੀ ਅੰਮ੍ਰਿਤ ਪਾਨ ਕਰਨ ਦੀ ਕੀ ਲੋੜ ਹੈ। ਕਿਉਂਕਿ ਸਾਡਾ ਵਾਹ ਅਕਸਰ ਸੰਗਤ ਦੇ ਨਾਲ ਪੈਂਦਾ ਹੈ। ਮੈਂ ਤਕਰੀਬਨ 20 ਸਾਲ 19 ਸਾਲ ਤਖਤ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ 5 ਪਿਆਰੇ ਸਾਹਿਬਾਨ ਦੀ ਸੇਵਾ ਵੀ ਨਿਭਾਈ ਹੈ, ਔਰ ਸੰਗਤ ਅਸੀਂ ਜਾਂਦੇ ਰਹੇ ਹਾਂ, ਪ੍ਰਚਾਰ ਕਰਨ ਵਾਸਤੇ ਵੀ ਜਾਂਦੇ ਰਹੇ ਹਾਂ। ਅਕਸਰ ਸਾਨੂੰ ਇਹ ਜਿਹੜੀਆਂ ਗੱਲਾਂ ਸੁਣਨ ਵਾਸਤੇ ਮਿਲਦੀਆਂ ਰਹੀਆਂ ਕਿ ਸਾਨੂੰ ਅੰਮ੍ਰਿਤ ਪਾਨ ਕਰਨ ਦੀ ਕੀ ਲੋੜ ਹੈ, ਮੈਂ ਕੋਈ ਨਸ਼ਾ ਨਹੀਂ ਕਰਦਾ, ਮੈਂ ਕੋਈ ਮੀਟ ਨਹੀਂ ਖਾਂਦਾ, ਕੋਈ ਅੰਡਾ ਨਹੀਂ ਖਾਂਦਾ, ਮੈਂ ਕੋਈ ਵਿਕਾਰੀ ਨਹੀਂ ਹਾਂ, ਇਸ ਕਰਕੇ ਮੈਨੂੰ ਅੰਮ੍ਰਿਤ ਪਾਨ ਕਰਨ ਦੀ ਕੀ ਲੋੜ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਦਸ਼ਮੇਸ਼ ਪਿਤਾ ਨੂੰ ਖੰਡੇ ਬਾਟੇ ਦੀ ਪਾਹੁਲ ਛਕਣ ਦੀ ਲੋੜ ਹੈ ਤੇ ਦਸ਼ਮੇਸ਼ ਪਿਤਾ ਦੇ ਸਿੱਖ ਨੂੰ ਕਿਉਂ ਨਹੀਂ। ਸਾਨੂੰ ਸਾਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕ ਕੇ, ਕਿਉਂਕਿ ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋਲੇ। ਜਿੰਨਾ ਚਿਰ ਕੋਈ ਵੀ ਸਿੱਖ ਅੰਮ੍ਰਿਤ ਪਾਨ ਨਹੀਂ ਕਰਦਾ, ਉਹਨਾਂ ਚਿਰ ਆਪਣੇ ਆਪ ਨੂੰ ਉਹ ਗੁਰੂ ਕਾ ਸਿੱਖ ਨਹੀਂ ਅਖਵਾ ਸਕਦਾ, ਕਿਉਂਕਿ ਗੁਰੂ ਘਰ ਦੀ ਇਹ ਮਰਿਆਦਾ ਹੈ ਤੇ ਇਸ ਮਰਿਆਦਾ ਨੂੰ ਮੰਨਣਾ ਹਰ ਇੱਕ ਸਿੱਖ ਦਾ ਫਰਜ਼ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ 5 ਪਿਆਰੇ ਸਾਜੇ, ਉਹਨਾਂ ਕੋਲੋਂ ਆਪ ਸਤਿਗੁਰਾਂ ਨੇ ਅੰਮ੍ਰਿਤ ਪਾਨ ਕੀਤਾ, ਇਵੇਂ ਸਾਨੂੰ ਵੀ ਸਾਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਛਕ ਕੇ ਤੇ ਗੁਰੂ ਪੰਥ ਦੇ, ਗੁਰੂ ਪਰਿਵਾਰ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਗੁਰੂ ਪੰਥ ਦੇ ਸਾਨੂੰ ਸਾਰਿਆਂ ਨੂੰ ਮੈਂਬਰ ਬਣਨਾ ਚਾਹੀਦਾ ਹੈ।
ਤਾਂ ਹੀ ਅਸੀਂ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋਵਾਂਗੇ। ਇਹ ਸਾਡੀ ਮਰਿਆਦਾ ਹੈ ਜੀ। ਸੋ ਬਿਲਕੁਲ ਮੈਂ ਸਮਝਦਾ ਕਿ ਖਾਲਸਾ ਪੰਥ ਦੇ ਵਿੱਚ ਜਿਹੜਾ ਨਾਮਦਾਨ ਹੈ ਉਹ ਵੀ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਇਨ ਪੰਚਨ ਮੈਂ ਮੇਰੋ ਵਾਸਾ, ਉਸ ਰੂਪ ਦੇ ਵਿੱਚ ਗੁਰਮੰਤਰ ਤੇ ਮੂਲ ਮੰਤਰ ਤੇ ਰਹਿਣੀ ਬਹਿਣੀ ਉਹ ਵੀ ਸਾਰਾ ਇਹ ਬਖਸ਼ਿਸ਼ ਜਿਹੜੀ ਹੈ ਪੰਜਾਂ ਦੇ ਰਾਹੀਂ ਹੁੰਦੀ ਹੈ। ਸੋ ਸਿੰਘ ਸਾਹਿਬ ਜੀ, ਇਸ ਪਰਥਾਈ ਵੀ ਅਸੀਂ ਚਾਹਾਂਗੇ ਕਿ ਆਪ ਜੀ ਜ਼ਰੂਰ ਥੋੜ੍ਹਾ ਜਿਹਾ ਬਚਨ ਸਾਂਝੇ ਕਰੋ ਸੰਗਤਾਂ ਦੇ ਨਾਲ, ਕਿਉਂਕਿ ਕਈ ਵਾਰੀ ਮਨ ਦੇ ਵਿੱਚ ਹੁੰਦਾ ਕਿ ਮਹਾਰਾਜ ਨਾਮ ਅੰਮ੍ਰਿਤ ਦੀ ਵੀ ਗੱਲ ਕਰਦੇ ਨੇ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਉਹ ਨਾਮ ਅੰਮ੍ਰਿਤ ਫਿਰ ਅੱਗੇ ਕਿਵੇਂ ਗੁਰਸਿੱਖ ਦੀ ਚੜ੍ਹਦੀ ਕਲਾ ਹੁੰਦੀ ਹੈ, ਇਸ ਪਾਸੇ ਥੋੜ੍ਹਾ ਜਿਹਾ ਚਾਨਣਾ ਪਾਉਣਾ ਜੀ। ਬਿਲਕੁਲ ਜੀ, ਜਿਵੇਂ ਸਮਾਜ ਵਿੱਚ ਅਸੀਂ ਦੇਖੀਏ, ਖਾਸ ਕਰਕੇ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਹਰ ਵੀ ਕਈ ਐਸੇ ਦੰਭੀ ਗੁਰੂ ਨੇ, ਇਹ ਤਾਂ ਬਿਲਕੁਲ ਗੁਰਪ੍ਰੀਤ ਨਾਲ ਚੱਲਦੇ ਰਹੇ ਨੇ। ਜਿਵੇਂ ਜਦੋਂ ਗੁਰੂ ਸਾਹਿਬ ਜਿਵੇਂ ਆਏ ਤਿਵੇਂ ਦੰਭੀ ਪਖੰਡੀ ਵੀ ਨਾਲ ਚੱਲਦੇ ਰਹੇ ਨੇ। ਲੇਕਿਨ ਜਿਹੜੇ ਪਾਰਖੂ ਸਿੱਖ ਸਨ, ਜਿਹੜੇ ਸ਼ਰਧਾਵਾਨ ਸਿੱਖ ਸਨ, ਉਹ ਗੁਰੂ ਕੇ ਸ਼ਰਨ ਵਿੱਚ ਪਹੁੰਚੇ, ਇਹਨਾਂ ਪਖੰਡੀਆਂ ਦੇ ਪਿੱਛੇ ਕੋਈ ਨਹੀਂ ਲੱਗੇ। ਈਵਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਮੇਂ ਇਕੱਲੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਹੀ 22 ਜਿਹੜੇ ਦੰਭੀ ਗੁਰੂ ਸਨ ਉਹ ਬਣ ਕੇ ਬੈਠੇ ਹੋਏ ਸਨ ਮੰਜੀਆਂ ਡਾਹ ਕੇ। ਇਵੇਂ ਸਮਾਜ ਦੇ ਵਿੱਚ ਹੁਣ ਵੀ ਚੱਲਦਾ, ਕਈ ਐਸੇ ਡੇਰੇ ਨੇ ਕਿ ਜਿਹੜੇ ਇਕੱਲੇ ਦੇ ਕੰਨ ਵਿੱਚ ਉਹਨੂੰ ਕੁਛ ਕਹਿੰਦੇ ਨੇ। ਹੁਣ ਕਹਿੰਦੇ ਕੀ ਨੇ ਕਿਸੇ ਨੂੰ ਪਤਾ ਨਹੀਂ, ਕਿਉਂਕਿ ਨਾਲ ਇਹ ਵੀ ਕਿਹਾ ਜਾਂਦਾ ਕਿ ਜੋ ਮੈਂ ਤੈਨੂੰ ਇਹ ਮੰਤਰ ਦਿੱਤਾ ਤੂੰ ਇਹਦਾ ਜਾਪ ਕਰਨਾ, ਇਹ ਤੂੰ ਕਿਸੇ ਨੂੰ ਦੱਸਣਾ ਨਹੀਂ। ਡਰ ਵੀ ਪਾਇਆ ਜਾਂਦਾ, ਕਿਉਂਕਿ ਸਾਡਾ ਬਹੁਤ ਦਬਾਅ ਪੈਂਦਾ ਰਿਹਾ। ਡਰ ਪਾਇਆ ਜਾਂਦਾ ਹੈ ਕਿ ਜੇਕਰ ਤੂੰ ਇਹ ਕਿਸੇ ਨੂੰ ਦੱਸਿਆ ਤਾਂ ਤੇਰਾ ਨੁਕਸਾਨ ਹੋਏਗਾ, ਤੇਰੇ ਮੂੰਹ ਵਿੱਚ ਕੀੜੇ ਪੈ ਜਾਣਗੇ, ਤੇਰਾ ਆਹ ਹੋ ਜਾਏਗਾ, ਤੇਰਾ ਉਹ ਹੋ ਜਾਏਗਾ। ਉਹ ਡਰਦਾ ਹੋਇਆ ਕਿਸੇ ਨੂੰ ਦੱਸਦਾ ਨਹੀਂ। ਪਰ ਜੋ ਸਿੱਖ ਪੰਥ ਵਿੱਚ ਮਰਿਆਦਾ ਸਾਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਇਕੱਲਾ ਦੁਕੱਲਾ ਅੰਮ੍ਰਿਤ ਤਿਆਰ ਨਹੀਂ ਕਰ ਸਕਦਾ। ਕੇਵਲ ਪੰਜ ਪਿਆਰੇ ਸਾਹਿਬਾਨ ਹੀ ਤਿਆਰ ਹੋ ਕੇ ਖੰਡੇ ਬਾਟੇ ਦੀ ਪਾਹੁਲ ਬਾਣੀ ਪੜ੍ਹ ਕੇ ਤਿਆਰ ਕਰਦੇ ਨੇ। ਪੰਜ ਪਿਆਰੇ ਹੀ ਛਕਾਉਂਦੇ ਨੇ। ਪੰਜ ਪਿਆਰੇ ਹੀ ਮੂਲ ਮੰਤਰ ਤੇ ਗੁਰ ਮੰਤਰ ਦੀ ਬਖਸ਼ਿਸ਼ ਜੋ ਸੰਗਤ ਨੂੰ ਕਰਦੇ ਨੇ। ਕਿਉਂਕਿ ਸਤਿਗੁਰੂ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਪੰਜ ਪਿਆਰੇ ਸਾਹਿਬਾਨ ਆਪ ਜਪਦੇ ਨੇ ਤੇ ਸੰਗਤ ਨੂੰ ਪਿੱਛੇ ਬੋਲ ਕੇ ਦ੍ਰਿੜ ਕਰਵਾਉਂਦੇ ਨੇ। ਸੰਗਤ ਪਿੱਛੇ ਮੂਲ ਮੰਤਰ ਤੇ ਗੁਰ ਮੰਤਰ ਦ੍ਰਿੜ ਕਰਦੇ ਹੈ। ਇਹ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿੱਖ ਨੇ ਕਿਸੇ ਇਕੱਲੇ ਦੁਕੱਲੇ ਦੇਹ ਧਾਰੀ ਕੋਲੋਂ ਜਾ ਕੇ ਕਿਸੇ ਪ੍ਰਕਾਰ ਦਾ ਕੋਈ ਮੰਤਰ ਨਹੀਂ ਲੈਣਾ। ਸਿੱਖ ਨੇ ਜੇਕਰ ਮੂਲ ਮੰਤਰ ਗੁਰ ਮੰਤਰ ਲੈਣਾ ਤਾਂ ਉਹ ਕੇਵਲ ਤੇ ਕੇਵਲ ਪੰਜ ਪਿਆਰੇ ਸਾਹਿਬਾਨ ਪਾਸੋਂ ਲੈਣਾ, ਔਰ ਗੁਰੂ ਕੀ ਹਜ਼ੂਰੀ ਵਿੱਚ ਤਿਆਰ ਹੋਏ ਸਜੇ ਹੋਏ ਪੰਜ ਸਿੰਘਾਂ ਪਾਸੋਂ, ਪੰਜ ਪਿਆਰੇ ਸਾਹਿਬਾਨ ਪਾਸੋਂ ਪ੍ਰਾਪਤ ਕਰਨਾ ਹੈ। ਔਰ ਜੋ ਸਾਡੇ ਗੁਰੂ ਬਖਸ਼ੀ ਜਿਹੜੀ ਸਾਨੂੰ ਮਰਿਆਦਾ, ਉਹ ਕੇਵਲ ਤੇ ਕੇਵਲ ਪੰਜ ਪ੍ਰਵਾਨ ਹੀ, ਜਿਹੜੀ ਪੰਜ ਪ੍ਰਧਾਨੀ ਮਰਿਆਦਾ ਕੇਵਲ ਉਹੀ ਪ੍ਰਵਾਨ ਹੈ। ਜੇਕਰ ਕੋਈ ਇਕੱਲਾ ਦੁਕੱਲਾ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਮੰਤਰ ਕੰਨ ਵਿੱਚ ਦਿੰਦਾ ਜਾਂ ਕੋਈ ਲੈਂਦਾ ਤੇ ਉਹ ਬਿਲਕੁਲ ਪ੍ਰਵਾਨ ਨਹੀਂ। ਉਹ ਆਪਣੇ ਆਪ ਨੂੰ ਸਿੱਖ ਨਹੀਂ ਸਦਵਾ ਸਕਦਾ। ਸਿੱਖ ਉਹ ਸਦਵਾ ਸਕਦਾ ਜਿਹੜਾ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ ਅੰਮ੍ਰਿਤ ਛਕ ਕੇ ਮੂਲ ਮੰਤਰ ਗੁਰ ਮੰਤਰ ਦੇ ਬਖਸ਼ਿਸ਼ ਲੈ, ਪੰਜ ਪਿਆਰੇ ਸਾਹਿਬਾਨ ਪਾਸੋਂ ਸੰਸਕਾਰ ਜਿਹੜੇ ਨੇ ਉਹ ਗ੍ਰਹਿਣ ਕਰੇ ਕਿ ਅਸੀਂ ਸੰਸਕਾਰ ਕਿਵੇਂ ਕਰਨੇ ਨੇ, ਅਸੀਂ ਕਿਹੜੀ ਮਰਿਆਦਾ ਰੱਖਣੀ ਹੈ, ਅਸੀਂ ਕਿਹੜੀਆਂ ਕੁਰੈਤਾਂ ਤੋਂ ਬਚ ਕੇ ਰਹਿਣਾ, ਕਿਵੇਂ ਹੋਵੇ ਤਾਂ ਸਾਨੂੰ ਕਿਵੇਂ ਕਰਨਾ ਚਾਹੀਦਾ। ਇਹ ਸਾਰੀ ਦੀ ਸਾਰੀ ਸਿੱਖਿਆ ਪੰਜ ਪਿਆਰੇ ਸਾਹਿਬਾਨ ਅੰਮ੍ਰਿਤਪਾਨ ਕਰਵਾਉਣ ਵੇਲੇ ਪ੍ਰਾਣੀਆਂ ਨੂੰ ਦਿੰਦੇ ਨੇ। ਸਾਨੂੰ ਉਸ ਮਰਿਆਦਾ ਦੇ ਧਾਰਨੀ ਬਣਨਾ ਚਾਹੀਦਾ ਜੋ ਸਾਨੂੰ ਪੰਜ ਪਿਆਰੇ ਸਾਹਿਬਾਨ ਬਖਸ਼ਿਸ਼ ਕਰਦੇ ਨੇ ਜੀ। ਸੋ ਬਿਲਕੁਲ ਪੰਜ ਪਿਆਰੇ ਸਾਹਿਬਾਨ ਸਾਨੂੰ ਰਹਿਤ ਬਖਸ਼ਦੇ ਨੇ, ਨਾਮ ਬਖਸ਼ਦੇ ਨੇ। ਤੇ ਸਿੰਘ ਸਾਹਿਬ ਜੀ, ਬਹੁਤ ਸਾਰੀਆਂ ਦੇਸ਼ਾਂ ਵਿਦੇਸ਼ਾਂ ਸੰਗਤਾਂ ਬੈਠੀਆਂ ਨੇ ਜਿਹੜੀਆਂ ਗੁਰੂ ਕੇ ਜਹਾਜ਼ੇ ਚੜ੍ਹ ਚੁੱਕੀਆਂ ਨੇ ਤੇ ਉਹ ਅਭਿਆਸ ਆਪਣਾ ਕਰਨਾ ਚਾਹੁੰਦੀਆਂ, ਵਧਾਉਣਾ ਚਾਹੁੰਦੀਆਂ ਨੇ। ਉਹਨਾਂ ਨੂੰ ਵੀ ਮੈਂ ਚਾਹਾਂਗਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੱਜ ਆਪ ਜੀ ਇਸ ਪਰਥਾਏ ਗਿਆਨ ਦਿੰਦੇ ਕਿ ਆਪਣੇ ਅਭਿਆਸ ਨੂੰ ਕਿਵੇਂ ਵਧਾ ਕੇ ਤੇ ਕਿਵੇਂ ਗੁਰੂ ਸਾਹਿਬ ਦੀ ਕਿਰਪਾ ਦੇ ਹੋਰ ਨਜ਼ਦੀਕ ਜਿਹੜਾ ਆਪਣੀ ਰੂਹ ਨੂੰ ਹੋਰ ਉੱਚਾ ਕਿਵੇਂ ਚੁੱਕਿਆ ਜਾ ਸਕਦਾ। ਇਸ ਪਰਥਾਈ ਵੀ ਜ਼ਰੂਰ ਥੋੜਾ ਜਿਹਾ ਗਿਆਨ ਸਾਨੂੰ ਦਿੰਦੇ ਜੀ। ਦੇਖੋ ਗੁਰਪ੍ਰੀਤ ਸਿੰਘ, ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਅਸੀਂ ਅੰਮ੍ਰਿਤ ਛਕ ਕੇ ਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕੀਏ। ਜਿਵੇਂ ਕਿ ਅੰਮ੍ਰਿਤ ਵੇਲੇ ਦਾ ਸਾਨੂੰ ਧਾਰਨੀ ਹੋਣਾ ਚਾਹੀਦਾ ਕਿ ਅਸੀਂ ਅੰਮ੍ਰਿਤ ਵੇਲੇ ਜਾਗੀਏ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਮੈਂ ਕਹਿੰਦਾ ਹੁੰਦਾ ਕਿ ਇਸ ਸ਼ਬਦ ਵਿੱਚ ਸਾਨੂੰ ਸਤਿਗੁਰਾਂ ਨੇ ਇੱਕ ਸ਼ੈਡਿਊਲ ਜਿਹੜਾ ਉਹ ਦਿੱਤਾ ਹੈ ਕਿ ਇੱਕ ਸਿੱਖ ਨੂੰ ਪੂਰੇ ਦਿਨ ਵਿੱਚ ਕੀ ਕਰਨਾ ਚਾਹੀਦਾ।
ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਐਵੇਂ ਸਤਿਗੁਰੂ ਅੱਗੇ ਕਹਿੰਦੇ ਫਿਰ ਕਿਹੜਾ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਦ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜੋ ਪਾਵੇ। ਸਾਨੂੰ ਸਤਿਗੁਰਾਂ ਨੇ ਇਹ ਇੱਕ ਸਿੱਖਿਆ ਬਖਸ਼ਿਸ਼ ਕੀਤੀ ਹੈ ਕਿ ਸਿੱਖ ਨੇ ਅੰਮ੍ਰਿਤ ਵੇਲੇ ਜਾ ਕੇ ਤੇ ਕਿਵੇਂ ਕਿਸ ਤਰਤੀਬ ਦੇ ਨਾਲ ਜਿਹੜਾ ਉਹ ਜਾਪ ਕਰਨਾ ਹੈ। ਔਰ ਸਤਿਗੁਰ ਕਹਿੰਦੇ ਕਿ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਜਿੱਥੇ ਅਸੀਂ ਆਪਣੇ ਇਖਲਾਕ ਨੂੰ ਉੱਚਾ ਚੁੱਕਣਾ ਜੋ ਸਾਨੂੰ ਹੁਕਮ ਹੈ ਕਿ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ। ਅਸੀਂ ਆਪਣੀ ਕਿਰਤ ਕਰਨੀ ਹੈ ਨਾਮ ਜਪਣਾ ਵੰਡ ਕੇ ਛਕਣਾ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ। ਅੰਮ੍ਰਿਤ ਵੇਲੇ ਦਾ ਜਿਹੜਾ ਅਸੀਂ ਸਾਰਿਆਂ ਨੇ ਧਾਰਨੀ ਹੋਣਾ। ਔਰ ਜਿਵੇਂ ਸਤਿਗੁਰਾਂ ਨੇ ਸਾਨੂੰ ਇਹ ਤਰਤੀਬ ਬਖਸ਼ਿਸ਼ ਕੀਤੀ ਹੈ ਤੁਰਦਿਆਂ ਬੈਠਦਿਆਂ ਉੱਠਦਿਆਂ ਸੌਂਦਿਆਂ ਹਰ ਵੇਲੇ ਸਾਨੂੰ ਨਿਤਨੇਮ ਤੋਂ ਇਲਾਵਾ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਨਾ। ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਅਸੀਂ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ ਆਪਣਾ ਨਿਤਨੇਮ ਕਰਨਾ। ਉੱਥੇ ਸਾਡਾ ਜਿਹੜਾ ਜੀਵਨ ਪੱਧਰ ਹੈ ਉਹ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਉਹ ਸਾਡਾ ਜੀਵਨ ਪੱਧਰ ਜਿੰਨਾ ਚਿਰ ਉੱਚਾ ਨਹੀਂ ਜਾਂਦਾ ਉਹਨਾਂ ਚਿਰ ਗੱਲ ਨਹੀਂ ਬਣਨੀ। ਸਾਨੂੰ ਆਪਣਾ ਜੀਵਨ ਪੱਧਰ ਵੀ ਉੱਚਾ ਲੈ ਕੇ ਜਾਣਾ ਪਊਗਾ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਵਚਨ ਕਹੇ ਸਨ ਕਿ ਮੈਂ ਲੈ ਜਾਊਂ ਪੰਥ ਉਚੇਰੇ ਕਿਉਂਕਿ ਮੈਂ ਇਸ ਪੰਥ ਨੂੰ ਬਹੁਤ ਉੱਚੇ ਮੁਕਾਮ ਤੇ ਲੈ ਕੇ ਜਾਣਾ। ਉਹ ਸਤਿਗੁਰੂ ਨੇ ਆਪਣੇ ਪੰਥ ਨੂੰ ਬਹੁਤ ਉੱਚੇ ਮੁਕਾਮ ਤੇ ਖੜਿਆ ਵੀ ਹੈ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਜੋ ਗੁਰੂ ਦੀਆਂ ਸਿੱਖਿਆਵਾਂ ਨੇ ਉਹਨਾਂ ਸਿੱਖਿਆਵਾਂ ਦੇ ਧਾਰਨੀ ਹੋ ਕੇ ਚੱਲਣਾ ਚਾਹੀਦਾ। ਗੁਰੂ ਕੀ ਮਰਿਆਦਾ ਦੇ ਧਾਰਨੀ ਹੋਣਾ ਚਾਹੀਦਾ। ਤੇ ਜਿਵੇਂ ਸਾਨੂੰ ਪੰਜ ਪਿਆਰੇ ਸਾਹਿਬਾਨ ਦ੍ਰਿੜ ਕਰਵਾਉਂਦੇ ਨੇ ਸਾਨੂੰ ਉਵੇਂ ਚੱਲਣਾ ਚਾਹੀਦਾ। ਸਾਨੂੰ ਗੁਰੂ ਕੀ ਬਾਣੀ ਕੀ ਆਖਦੀ ਹੈ ਸਾਨੂੰ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਪੱਧਰ ਜਿਹੜਾ ਉਹਨੂੰ ਉੱਚਾ ਚੁੱਕਣਾ ਚਾਹੀਦਾ। ਔਰ ਜੋ ਖਾਸ ਕਰਕੇ ਅੱਜ ਸਾਡੇ ਵਿੱਚ ਇੱਕ ਗੱਲ ਪਾਈ ਜਾਂਦੀ ਹੈ ਕਿ ਜਿਵੇਂ ਇੱਕ ਸਿੱਖ ਨੂੰ ਵੇਖ ਕੇ ਖੁਸ਼ ਹੁੰਦਾ ਸੀ। ਮੈਂ ਸੰਗਤ ਦੇ ਕੋਲੋਂ ਪਹਿਲਾਂ ਮਾਫੀ ਮੰਗ ਲਾਂ। ਅੱਜ ਸਿੱਖ ਨੂੰ ਵੇਖ ਕੇ ਤੇ ਆਪਣੇ ਮਨ ਵਿੱਚ ਇੱਕ ਈਰਖਾ ਪੈਦਾ ਕਰਕੇ ਬੈਠ ਜਾਂਦਾ ਕਿ ਇਹ ਪਤਾ ਨਹੀਂ ਸਾਹਮਣੇ ਆ ਰਿਹਾ ਜਿਹੜਾ ਸਿੱਖ ਹੈ ਇਹ ਕਿਹੜੇ ਜਥੇ ਨਾਲ ਸੰਬੰਧ ਰੱਖਦਾ ਇਹਨੇ ਮੈਨੂੰ ਕੀ ਕਹਿਣਾ ਪਤਾ ਨਹੀਂ ਇਹਨੇ ਮੈਨੂੰ ਕੀ ਬੋਲਣਾ। ਆਪਣੇ ਮਨ ਦੇ ਵਿੱਚ ਐਸਾ ਇੱਕ ਡਰ ਜਿਹੜਾ ਪਾਇਆ ਜਿਹੜਾ ਪ੍ਰੇਮ ਸਾਨੂੰ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਨਾ ਕਿ ਏਕ ਪਿਤਾ ਏਕ ਸਕੇ ਹਮਾਰ ਗੁਰੂ ਕੀ ਬਾਣੀ ਦਾ ਬਚਨ ਹੈ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਪਾਮ ਮਲੋਵਾ ਮਲ ਧੂਆਂ ਇਹ ਮਨ ਤੈ ਕੂ ਦੇਸਾਂ ਸੁਣ ਮੀਤਾ ਹੂੰ ਤੇਰੀ ਸ਼ਰਣਾਈ ਆਇਆ ਔਰ ਮਿਲੋ ਦਿਓ ਉਪਦੇਸਾ ਮਾਰਨਾ ਕੀਜੈ ਸ਼ਰਨ ਪ੍ਰੀਜੈ ਕਰਿਆ ਸੁ ਭਲਾ ਮਨਾਈਐ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ ਕਿਉਂ ਦਰਸ਼ਨ ਹਰ ਜੀਓ ਪਾਈਐ। ਸਾਨੂੰ ਇਸ ਤਰ੍ਹਾਂ ਦਾ ਆਪਣੇ ਜੀਵਨ ਦੇ ਵਿੱਚ ਸਾਨੂੰ ਆਪਣਾ ਉੱਚਾ ਪੱਧਰ ਲੈ ਕੇ ਜਾਣਾ ਚਾਹੀਦਾ ਹੈ ਕਿ ਸਾਨੂੰ ਸਭ ਮੈਂ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸਾਨੂੰ ਹਰ ਇੱਕ ਨੂੰ ਗੁਰੂ ਕਾ ਸਿੱਖ ਜਾਣ ਕੇ ਸੀਸ ਝੁਕਾਉਣਾ ਚਾਹੀਦਾ। ਔਰ ਜਿਹੜੀਆਂ ਸਾਡੇ ਪੰਥ ਵਿੱਚ ਇਸ ਵੇਲੇ ਦੁਬਿਧਾ ਪਾਉਣ ਵਾਲੀਆਂ ਜਿਹੜੀਆਂ ਕੁਝ ਛਿੱਟ-ਫੁੱਟ ਲੋਕ ਹੈਗੇ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਿਧਾ ਪਾਉਣ ਦੇ ਯਤਨ ਹਰ ਵੇਲੇ ਕਰਦੇ ਰਹਿੰਦੇ ਨੇ। ਸਾਨੂੰ ਸਾਰਿਆਂ ਨੂੰ ਇਸ ਵੇਲੇ ਇਕੱਤਰ ਹੋਣ ਦੀ ਲੋੜ ਹੈ ਕਿ ਜੋ ਸਾਨੂੰ ਸਿਧਾਂਤ ਸਾਡੇ ਗੁਰੂ ਨੇ ਬਖਸ਼ਿਸ਼ ਕੀਤਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ ਹਰ ਨਾਮੈ ਕਿ ਹੋਵੋ ਜੋੜੀ ਗੁਰਮੁਖ ਵੈਸੋ ਸਾਫਾ ਵਿਛਾਏ। ਸਾਨੂੰ ਉਹਦੇ ਧਾਰਨੀ ਹੋ ਕੇ ਸਾਨੂੰ ਇੱਕ ਸੰਗਤ ਇੱਕ ਪੰਗਤ ਵਿੱਚ ਬੈਠ ਕੇ ਤੇ ਗੁਰੂ ਕੀ ਸਿੱਖਿਆ ਦੇ ਸਾਨੂੰ ਧਾਰਨੀ ਬਣਨਾ ਚਾਹੀਦਾ ਤਾਂ ਹੀ ਅਸੀਂ ਆਪਣੇ ਜੀਵਨ ਪੱਧਰ ਨੂੰ ਉੱਚਾ ਲਿਜਾ ਸਕਾਂਗੇ। ਸੋ ਬਿਲਕੁਲ ਸੰਗਤ ਜੀ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਇੱਕ ਚਾਅ ਇੱਕ ਬੜਾ ਜਜ਼ਬਾ ਗੁਰਸਿੱਖਾਂ ਦੀ ਸੇਵਾ ਦਾ ਆਪਾਂ ਬੇਅੰਤ ਇਤਿਹਾਸ ਪੜ੍ਹਦੇ ਹਾਂ ਕਿ ਕਿਸ ਢੰਗ ਦੇ ਨਾਲ ਐਸੀ ਖੇਡ ਵਰਤਦੀ ਸੀ ਕਿ ਆਏ ਨੇ ਨਿਹੰਗ ਬੂਹੇ ਖੋਲ੍ਹਦੇ ਉਹ ਨਿਸੰਗ ਐਸਾ ਉੱਚਾ ਕਿਰਦਾਰ ਸੀ ਖਾਲਸੇ ਦਾ। ਮੋੜੀ ਬਾਬਾ ਕੱਛ ਵਾਲਿਆ ਮੋੜੀ ਬਾਬਾ ਡਾਂਗ ਵਾਲਿਆ ਰਨ ਬਸਰੇ ਨੂੰ ਗਈ ਉਹ ਕਿਰਦਾਰ ਤੇ ਸਿੱਖ ਦੀ ਸ਼ਰਨ ਦੇ ਵਿੱਚ ਆਪਣੀ ਧੀ ਭੈਣ ਨੂੰ ਸੁਰੱਖਿਅਤ ਮਹਿਸੂਸ ਕਰਦਾ ਸੀ ਸਮਾਜ। ਅਸੀਂ ਉਸ ਵਿਰਾਸਤ ਦੇ ਮਾਲਕ ਹਾਂ। ਇਸ ਪੱਖ ਤੋਂ ਵੀ ਮੈਂ ਸਮਝਦਾ ਕਿ ਸਿੰਘ ਸਾਹਿਬ ਜੀ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਇਸ ਵਕਤ ਕੀ ਹੈ ਕਿ ਬਾਕੀ ਪਾਸਿਆਂ ਤੋਂ ਤਾਂ ਸਾਰੇ ਕੰਮਕਾਜ ਬੰਦ ਨੇ ਤੇ ਇਸ ਵਕਤ ਬਹੁਤ ਸਾਰੇ ਨੌਜਵਾਨ ਵੀ ਸਾਡੇ ਪ੍ਰੋਗਰਾਮ ਦੇ ਨਾਲ ਇਸ ਵਕਤ ਜੁੜੇ ਹੋਏ ਨੇ। ਵਿਸਾਖੀ ਦਾ ਮੌਕਾ ਹੈ ਉਹਨਾਂ ਦੇ ਜੀਵਨ ਨੂੰ ਵੀ ਥੋੜ੍ਹੀ ਜਿਹੀ ਸੇਧ ਦਿੰਦੇ
कि खालसे का आचरण कैसा होना चाहिए, खालसे के जीवन चो कैसी खुशबू आए कि जिथों की खालसा लंघ जे। जिवें पुरातन सिंघां दा इतिहास पढ़दे कि एक पिंड दे विच रात सिंह कट जांदे सी ते उत्थे गुरु की किरपा दे नाल नवां भुंगारा फुट पैंदा सी, उत्थों गुरु दे प्यारे अमृतपान करन नूं तैयार हो जांदे सन। कुछ ऐसी खेड जिहड़ी किवें कला वरतदी सी ਉਹਦੇ ਪਰਥਾਏ ਅਸੀਂ ਜ਼ਰੂਰ ਚਾਹਾਂਗੇ ਕਿ ਆਪ ਜੀ ਸਾਡੇ ਨਾਲ ਬਚਨ ਸਾਂਝਾ ਕਰਨ। ਦੇਖੋ, ਸਿੱਖ ਦਾ ਜਿਹੜਾ ਜੀਵਨ ਹੈ, ਸਿੱਖ ਦਾ ਜੀਵਨ ਹੀ ਪ੍ਰਚਾਰ ਹੈ ਕਿ ਸਾਡੇ ਜੀਵਨ ਵੱਲ ਵੇਖ ਕੇ, ਸਾਡੀ ਜੀਵਨ ਸ਼ੈਲੀ ਵੱਲ ਦੇਖ ਕੇ ਜਿਹੜੇ ਸਾਨੂੰ ਤੱਕਣ ਵਾਲੇ ਨੇ ਉਹ ਤਿਆਰ ਹੋ ਜਾਣ ਕਿ ਜੇਕਰ ਸਾਡੇ ਆਗੂ ਜਾਂ ਸਾਡੇ ਅੱਗੇ ਲੱਗੇ ਹੋਏ ਉੱਚੇ ਸੁੱਚੇ ਅਖਲਾਕ ਦੇ ਮਾਲਕ ਨੇ ਤੇ ਸਾਨੂੰ ਵੀ ਉਹਨਾਂ ਦੇ ਪਿੱਛੇ ਤੁਰਨਾ ਚਾਹੀਦਾ ਹੈ। ਇੱਕ ਸਿੱਖ ਦਾ ਜੀਵਨ ਹੀ ਐਸਾ ਹੋਣਾ ਚਾਹੀਦਾ ਹੈ ਕਿ ਦੂਜਾ ਸਿੱਖ ਜਿਹੜਾ ਉਹਨੂੰ ਵੇਖ ਕੇ ਤਿਆਰ ਹੋ ਜਾਏ। ਔਰ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸਿਉ ਰਤ ਹੋਈ, ਰਹਿਤਵਾਨ ਗੁਰ ਕਾ ਸਿੱਖ ਸੋਈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਇਹੋ ਜਿਹਾ ਉੱਚਾ ਸੁੱਚਾ ਕਿਰਦਾਰ ਸਾਨੂੰ ਸਾਡੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਇੰਨਾ ਵੱਡਾ ਇਖਲਾਕ ਸੀ ਕਿ ਆਏ ਨੇ ਨਿਹੰਗ ਬੂਹੇ ਖੋਲ੍ਹ ਦਿਓ ਨਿਸ਼ੰਗ, ਕਿ ਹੁਣ ਅਸੀਂ ਇੱਕ ਸਿੱਖਾਂ ਦੀ ਸ਼ਰਨ ਵਿੱਚ ਆ ਗਏ ਹਾਂ, ਸਾਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਔਰ ਜੇਕਰ ਆਪਾਂ ਇਤਿਹਾਸ ਵੱਲ ਵੇਖੀਏ ਤਾਂ ਇੰਨੇ ਉੱਚੇ ਇਖਲਾਕ ਦੇ ਮਾਲਕ ਸਨ ਸਿੱਖ ਕਿ ਹਿੰਦੁਸਤਾਨ ਦੀਆਂ ਹਜ਼ਾਰਾਂ ਬਹੂ ਬੇਟੀਆਂ ਨੂੰ ਜਰਮਾਣਿਆਂ ਦੇ ਕੋਲੋਂ ਛੁਡਵਾ ਕੇ ਤੇ ਬਾ ਇੱਜ਼ਤ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆਉਂਦੇ ਹੁੰਦੇ ਸਨ। ਜੇਕਰ ਕਿਸੇ ਨੇ ਉਹਨਾਂ ਨੂੰ ਵਸਾਉਣ ਤੋਂ ਇਨਕਾਰ ਕਰ ਦੇਣਾ ਤੇ ਗੁਰੂ ਕੇ ਸਿੱਖ ਉਹਨਾਂ ਧੀਆਂ ਭੈਣਾਂ ਨੂੰ ਉਹਨਾਂ ਘਰਾਂ ਵਿੱਚ ਵਸਾ ਕੇ ਵੀ ਆਇਆ ਕਰਦੇ ਸਨ। ਤੇ ਮੈਂ ਅਕਸਰ ਇੱਕ ਗੱਲ ਗੁਰਪ੍ਰੀਤ ਸਿੰਘ ਕਹਿੰਦਾ ਹੁੰਦਾ ਸੀ ਅੰਮ੍ਰਿਤ ਸੰਚਾਰ ਵੇਲੇ ਕਿ ਅਸੀਂ ਉਸ ਵਿਰਸੇ ਦੇ ਮਾਲਕ ਹਾਂ। ਸਾਨੂੰ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਜਿਹੜਾ ਗੁਰੂ ਕਾ ਖਾਲਸਾ, ਗੁਰੂ ਕਾ ਸਿੱਖ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੰਨੀ ਇੱਜ਼ਤ ਕਰਦਾ ਸੀ, ਅੱਜ ਉਹ ਸਿੱਖ ਆਪਣੇ ਆਪ ਨੂੰ ਅਖਵਾਉਣ ਵਾਲਾ ਆਪਣੀਆਂ ਧੀਆਂ ਭੈਣਾਂ ਕੋਲ ਬਿਠਾ ਕੇ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਚ ਵੇਂਦਾ। ਸਾਡਾ ਇਹ ਇਖਲਾਕ ਨਹੀਂ ਸੀ। ਸਾਡਾ ਇਖਲਾਕ ਬਹੁਤ ਉੱਚਾ ਸੁੱਚਾ ਸਾਨੂੰ ਪਰਮਾਤਮਾ ਨੇ, ਸਾਡੇ ਗੁਰੂ ਨੇ ਬਖਸ਼ਿਸ਼ ਕੀਤਾ ਸੀ ਕਿ ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸਿਉ ਰਤ ਹੋਈ, ਰਹਿਤਵਾਨ ਗੁਰ ਕਾ ਸਿੱਖ ਸੋਈ, ਗੁਰ ਕਾ ਸਿੱਖ ਸੋਈ। ਉਚੇਚੇ ਕਰਕੇ ਸਤਿਗੁਰਾਂ ਨੇ ਸ਼ਬਦ ਕਹਿੰਦੇ ਇਹ ਕਿਹਾ ਹੈ ਕਿ ਜਿਸ ਸਿੱਖ ਦਾ ਇਖਲਾਕ ਇੰਨਾ ਉੱਚਾ ਹੈ ਉਹ ਰਹਿਤਵਾਨ ਸਿੱਖ ਹੈ ਗੁਰੂ ਕਾ। ਜੇਕਰ ਉਹਦਾ ਇਖਲਾਕ ਇੰਨਾ ਉੱਚਾ ਨਹੀਂ ਤੇ ਉਹ ਕਦੇ ਗੁਰੂ ਕਾ ਸਿੱਖ ਆਪਣੇ ਆਪ ਨੂੰ ਸੁਧਵਾ ਨਹੀਂ ਸਕਦਾ। ਥੋੜ੍ਹੇ ਸਮੇਂ ਤੱਕ ਹੀ ਆਪਾਂ ਦੇਖੀਏ ਤੇ ਬਹੁਤ ਹੀ ਉੱਚੇ ਇਖਲਾਕ ਦੇ ਸਿੱਖ ਮਾਲਕ ਸਨ, ਅੱਜ ਵੀ ਹਨ। ਲੇਕਿਨ ਕੁਝ ਕੁ ਸਾਡੇ ਵੀਰ, ਸਾਡੇ ਬੱਚੇ ਕੋਈ ਜਿਹੜੇ ਕੁਰਾਹੇ ਪਏ ਹੋਏ ਨੇ, ਜਾਂ ਉਹ ਨਸ਼ਿਆਂ ਦੇ ਰਾਹੀਂ ਕਹਿ ਲਈਏ, ਜਾਂ ਉਹ ਲੱਚਰਤਾ ਜਿਹੜੀ ਹੈ ਸਾਡੇ ਸਮਾਜ ਵਿੱਚ, ਸਾਡੇ ਸੱਭਿਆਚਾਰ ਨੂੰ ਬਹੁਤ ਹੀ ਗੰਧਲਾ ਕਰ ਰਹੀ ਹੈ। ਕਿਉਂਕਿ ਜੇਕਰ ਗਾਉਣ ਵਾਲੇ ਗੀਤ ਗਾਉਂਦੇ ਨੇ ਤਾਂ ਉਹਨਾਂ ਦੇ ਵਿੱਚ ਬੰਦੂਕਾਂ ਦਾ ਜਿਹੜਾ ਉਹ ਪ੍ਰਦਰਸ਼ਨ ਹੈ, ਸ਼ਰਾਬ ਦਾ ਪ੍ਰਦਰਸ਼ਨ ਹੈ, ਨਸ਼ਿਆਂ ਦਾ, ਤੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜਿਹੜਾ ਉਹ ਗਲਤ ਸ਼ਬਦ ਵਰਤਣ ਦਾ ਜਿਹੜਾ ਇੱਕ ਪ੍ਰਚਲਨ ਹੈ, ਉਹ ਸਾਡੇ ਸੱਭਿਆਚਾਰ ਨੂੰ ਬਹੁਤ ਉਹਨੇ ਗੰਧਲਾ ਕੀਤਾ। ਤੇ ਸਾਡੇ ਨੌਜਵਾਨ ਜਿਹੜੇ ਉਹਨਾਂ ਦੇ ਪਿੱਛੇ ਲੱਗ ਕੇ ਤੇ ਉਹਨਾਂ ਦੇ ਪਿੱਛੇ, ਉਹਨਾਂ ਦੇ ਪੈੜਾਂ 'ਤੇ ਚੱਲਦੇ ਹੋਏ ਜਿਹੜੇ ਨੇ ਉਸ ਗੰਦੇ ਸੱਭਿਆਚਾਰ ਨੂੰ ਅਪਣਾਏ ਜਾ ਰਹੇ ਨੇ। ਜੋ ਖਾਸ ਕਰਕੇ ਪੰਜਾਬ ਦੇ ਜਿਹੜੇ ਕਲਾਕਾਰ ਨੇ, ਕਈ ਐਸੇ ਹੈਗੇ ਨੇ ਜਿਨ੍ਹਾਂ ਨੇ ਐਸਾ ਜਿਹੜਾ ਸਮਾਜ ਦੇ ਵਿੱਚ, ਸੱਭਿਆਚਾਰ ਦੇ ਵਿੱਚ ਬਹੁਤ ਗੰਦ ਪਾਇਆ, ਔਰ ਬੜੇ ਅਸ਼ਲੀਲ ਗੀਤ ਜਿਹੜੇ ਨੇ ਉਹ ਇਹੋ ਜਿਹੇ ਸਮਾਜ ਨੂੰ ਵਿਗਾੜਨ ਵਾਲੇ ਜਿਹੜੇ ਨੇ ਉਹ ਪੇਸ਼ ਕਰਦੇ ਨੇ। ਜਿਹੜਾ ਜੋ ਸਾਨੂੰ ਮਰਿਆਦਾ ਸਾਡੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਜੋ ਇਖਲਾਕ ਸਾਨੂੰ ਸਾਡੇ ਸਤਿਗੁਰੂ ਨੇ ਬਖਸ਼ਿਸ਼ ਕੀਤਾ, ਅਸੀਂ ਉਸ ਇਖਲਾਕ ਦੇ ਧਾਰਨੀ ਬਣਨਾ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਡਾ ਆਚਰਣ, ਸਾਡਾ ਜੀਵਨ ਜੇਕਰ ਚੰਗਾ ਹੋਏਗਾ ਤਾਂ ਸਾਡੇ ਜੀਵਨ ਨੂੰ ਦੇਖ ਕੇ ਸਾਡੇ ਬੱਚੇ ਆਪੇ ਸਾਡੇ ਪਿੱਛੇ ਤੁਰਨਗੇ। ਸਾਡਾ ਜੀਵਨ ਹੀ ਜਿਹੜਾ ਉਹ ਇੱਕ ਪ੍ਰਚਾਰ ਬਣ ਜਾਏਗਾ ਕਿ ਜੇਕਰ ਸਾਡੇ ਆਗੂ ਕਿਸੇ ਚੰਗੇ ਆਚਰਣ ਦੇ ਮਾਲਕ ਨੇ, ਸਾਡੇ ਪਰਿਵਾਰਕ ਵੱਡੇ ਮੈਂਬਰ ਸਾਡੇ ਚੰਗੇ ਆਚਰਣ ਦੇ ਮਾਲਕ ਨੇ, ਤੇ ਸਾਨੂੰ ਵੀ ਇਹਨਾਂ ਦੇ ਪਿੱਛੇ ਤੁਰਨਾ ਚਾਹੀਦਾ ਹੈ। ਇਸ ਕਰਕੇ ਸਾਨੂੰ ਚੰਗਾ ਇਖਲਾਕ, ਚੰਗਾ ਆਚਰਣ, ਜਿਵੇਂ ਗੁਰੂ ਸਾਹਿਬ ਦਾ ਬਚਨ ਹੈ ਨਾ ਕਿ ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਿ ਨਿਕਟ ਬਸੈ ਨਰ ਹਰੀ। ਜਿਹੜਾ ਕੋਈ ਸਿੱਖ ਕਿਸੇ ਦੇ ਧਨ ਦੀ ਔਰ ਪਰਾਏ ਤਨ ਦੀ ਝਾਕ ਨਹੀਂ ਕਰਦਾ, ਜਿਹਨੇ ਤਜਿਆ, ਉਹਦੇ ਨੇੜੇ ਪਰਮਾਤਮਾ ਦਾ ਵਾਸ ਹੈ, ਉਹਦੇ ਨੇੜੇ ਗੁਰੂ ਦਾ ਵਾਸ ਹੈ। ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਤੇ ਆਪਣੇ ਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ।
ਜੀ। ਸੋ ਬਿਲਕੁਲ ਸਿੰਘ ਸਾਹਿਬ ਜੀ, ਇਹ ਬੜਾ ਹੀ ਜ਼ਰੂਰੀ ਹੈ। ਅੱਜ ਗੁਰੂ ਦੇ ਖਾਲਸੇ ਦੀ ਜਿਹੜੀ ਚੜ੍ਹਦੀ ਕਲਾ ਜਿੱਥੇ ਵੀ ਹੈ, ਉਹਦੇ ਵਿੱਚ ਇੱਕ ਬਹੁਤ ਵੱਡਾ ਇਹ ਆਸਪੈਕਟ ਆ ਕਿ ਆਪਣੇ ਆਚਰਨ ਦੇ ਪੱਕੇ ਨੇ। ਸਾਨੂੰ ਗੁਰੂ ਸਾਹਿਬ ਜੀ ਨੇ ਜਿਹੜੇ 5 ਕਕਾਰ ਬਖਸ਼ੇ, ਉਹਨਾਂ ਦੇ ਵਿੱਚ ਕਛਹਿਰਾ ਜਿਹੜਾ ਸਾਡਾ ਇੱਕ ਬਹੁਤ ਅਹਿਮ ਹੈ, ਜਿਹੜਾ ਜਤ ਸੱਤ ਦਾ ਸਾਡਾ ਪ੍ਰਤੀਕ ਹੈ। ਅਤੇ ਸਿੱਖ ਨੇ ਹਮੇਸ਼ਾ ਹੀ ਇਹਦੇ ਧਾਰਨੀ ਰਹਿਣਾ, ਕਿਉਂਕਿ ਬਹੁਤ ਸਾਰਾ ਲੱਚਰਤਾ, ਕੂੜ ਪ੍ਰਚਾਰ, ਇੰਨੇ ਸਾਰੇ ਜਿਹੜੇ ਹੋਰ ਜਿਹੜੇ ਚੈਨਲ ਨੇ ਜਿਹੜੇ ਕਲਯੁਗੀ ਵੇਚਦੇ ਪਏ ਨੇ ਹਰ ਵਕਤ। ਸੋ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਸਿੰਘ ਸਾਹਿਬ ਜੀ, ਕਈ ਵਾਰੀ ਉਹਨਾਂ ਦੇ ਮਨਾਂ ਦੇ ਵਿੱਚ ਆ ਜਾਂਦਾ, ਉਹ ਇਹ ਜਿਹੜੇ ਫਿਲਮੀ ਹੀਰੋ, ਇਹਨਾਂ ਨੂੰ ਆਪਣੇ ਹੀਰੋ ਮੰਨ ਕੇ ਤੇ ਉੱਦਾਂ ਦੇ ਬਣਨਾ ਸ਼ੁਰੂ ਕਰ ਦਿੰਦੇ ਨੇ। ਜਿਵੇਂ ਆਪ ਜੀ ਨੇ ਵੀ ਥੋੜ੍ਹਾ ਇਸ਼ਾਰਾ ਕੀਤਾ, ਮੈਂ ਚਾਹਾਂਗਾ ਕਿ ਇਸ ਵਕਤ ਬੱਚੇ ਵੀ ਸਾਨੂੰ ਸੁਣ ਰਹੇ ਨੇ, ਸਾਡੇ ਨੌਜਵਾਨ ਵੀ ਸੁਣ ਰਹੇ ਨੇ, ਜਿਹੜੇ ਸ਼ਾਇਦ ਫਿਲਮਾਂ ਵੇਖ ਕੇ ਜਾਂ ਦੂਜੇ ਸੀਰੀਅਲ ਦੇਖ ਕੇ ਉੱਦਾਂ ਦਾ ਬਣਦਾ ਉਹਨਾਂ ਦਾ ਮਨ ਦੇ ਵਿੱਚ ਗੱਲ ਆਉਂਦੀ ਹੈ, ਉਹਨਾਂ ਨੂੰ ਆਪ ਜੀ ਥੋੜ੍ਹਾ ਜਿਹਾ ਪ੍ਰੇਰਿਤ ਕਰਦੇ ਕਿ ਸਾਡੇ ਹੀਰੋ ਕੌਣ ਨੇ, ਅਸੀਂ ਕਿਹਦੇ ਵਰਗੇ ਬਣਨਾ। ਇਹ ਗਿਆਨ ਆਪ ਜੀ ਪਾਸੋਂ ਅਸੀਂ ਚਾਹਾਂਗੇ। ਮੈਂ ਇੱਕ ਵਿਦਵਾਨ ਨੂੰ ਪੜ੍ਹਿਆ ਸੀ, ਉਹਨੇ ਲਿਖਿਆ ਹੈ, ਇੱਕ ਮਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹ ਕਹਿੰਦਾ ਕਿ ਭੈਣੇ, ਆਪਣੇ ਬੱਚੇ ਦੇ ਬੈਡਰੂਮ ਵਿੱਚ ਜਾ ਕੇ ਦੇਖ ਕਿ ਤੇਰੇ ਬੱਚੇ ਦੇ ਬੈਡਰੂਮ ਵਿੱਚ ਜੇਕਰ ਫਿਲਮੀ ਐਕਟਰਾਂ ਦੀਆਂ ਫੋਟੋਆਂ ਲੱਗੀਆਂ ਨੇ ਜਾਂ ਨੰਗੀਆਂ ਅਸ਼ਲੀਲ ਫੋਟੋਆਂ ਲੱਗੀਆਂ ਨੇ, ਤੇ ਤੂੰ ਮੱਤ ਕਹੀਂ ਕਿ ਮੇਰਾ ਪੁੱਤਰ ਜਿਹੜਾ ਉਹ ਗੁਰੂ ਕਾ ਸਿੱਖ ਹੈ। ਆਪਣੇ ਬੱਚੇ ਦੇ ਸਟੱਡੀ ਟੇਬਲ ਤੇ ਜਾ ਕੇ ਦੇਖ, ਉਹਦੇ ਟੇਬਲ ਤੇ ਜੇਕਰ ਕੋਈ ਧਰਮ ਦੀ ਪੋਥੀ ਪੜ੍ਹਨ ਵਾਲੀ ਪਈ ਹੈ, ਕੋਈ ਜਨਮ ਸਾਖੀ ਪਈ ਹੈ, ਕੋਈ ਹਿਸਟਰੀ ਦੀ ਕਿਤਾਬ ਪਈ ਹੈ, ਤੇ ਤੂੰ ਦਾਅਵਾ ਕਰ ਦੇ ਕਿ ਮੇਰਾ ਪੁੱਤ ਸਿੱਖ ਹੈ। ਜੇਕਰ ਤੇਰੇ ਪੁੱਤਰ ਦੇ ਮੇਜ਼ ਦੇ ਉੱਤੇ ਕੋਈ ਗੰਦੇ ਰਸਾਲੇ ਪਏ ਨੇ ਜਾਂ ਕੋਈ ਨਾਵਲ ਪਏ ਨੇ, ਤੇ ਮਤ ਦਾਅਵਾ ਕਰੇ ਕਿ ਮੇਰਾ ਪੁੱਤਰ ਸਿੱਖ ਹੈ। ਤੂੰ ਆਪਣੇ ਬੱਚਿਆਂ ਨੂੰ ਚੀਜ਼ ਲੈਣ ਵਾਸਤੇ ਘਰੋਂ ਤੋਰਦੀ ਹੈ, ਉਹਦਾ ਪਿੱਛਾ ਕਰ। ਜੇਕਰ ਤੇਰਾ ਬੱਚਾ ਜਿਸ ਕੰਮ ਵਾਸਤੇ ਤੂੰ ਭੇਜਿਆ ਉਸ ਕੰਮ ਨੂੰ ਪੂਰਾ ਕਰਕੇ ਵਾਪਸ ਤੇਰੇ ਕੋਲ ਆਉਂਦਾ, ਤੇ ਬੇਸ਼ੱਕ ਦਾਅਵਾ ਕਰਦੀ ਕਿ ਮੇਰਾ ਪੁੱਤਰ ਚੰਗੇ ਅਖਲਾਕ ਦਾ ਮਾਲਕ ਹੈ। ਜੇਕਰ ਤੇਰਾ ਪੁੱਤਰ ਜਾਂਦਾ ਘਰੋਂ ਕਿਸੇ ਕੰਮ ਵਾਸਤੇ ਹੈ ਤੇ ਕਰਦਾ ਕੋਈ ਕੰਮ ਹੈ, ਤੇ ਮਤ ਦਾਅਵਾ ਕਰੇ ਕਿ ਮੇਰਾ ਪੁੱਤਰ ਗੁਰੂ ਕਾ ਸਿੱਖ ਹੈ। ਇਸ ਕਰਕੇ ਇਹ ਚੀਜ਼ਾਂ ਸਾਨੂੰ ਘਰ ਤੋਂ ਸ਼ੁਰੂ ਕਰਨ ਦੀ ਲੋੜ ਹੈ। ਮੈਂ ਬੇਨਤੀ ਕਰਾਂ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਹੈ, ਅਸਲ ਵਿੱਚ ਗੁਰਪ੍ਰੀਤ ਸਿੰਘ, ਸਾਡੇ ਘਰਾਂ ਦਾ ਜਿਹੜਾ ਮਾਹੌਲ ਹੈ ਉਹ ਐਸਾ ਬਣ ਚੁੱਕਿਆ ਹੈ, ਕਿਉਂਕਿ ਸਾਡੀਆਂ ਜਿਹੜੀਆਂ ਪੁਰਾਣੇ ਸਮੇਂ 'ਚ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਸਨ, ਉਹ ਜੇਕਰ ਬੱਚਾ ਮਾਂ ਦੇ ਉਦਰ ਵਿੱਚ ਪੈ ਗਿਆ ਤੇ ਸਹਿਜ ਪਾਠ ਆਰੰਭ ਕਰ ਦੇਣੇ, ਰੋਜ਼ਾਨਾ ਬਾਣੀ ਪੜ੍ਹਨੀ, ਜੇ ਬਾਣੀ ਨਹੀਂ ਪੜ੍ਹ ਸਕਦੇ ਬਾਣੀ ਸੁਣਨੀ, ਜਾਂ ਮੂਲ ਮੰਤਰ ਗੁਰ ਮੰਤਰ ਦੇ ਜਾਪ ਕਰਨੇ। ਬੱਚੇ ਦਾ ਜਨਮ ਹੋਣਾ ਤਾਂ ਉਹਦੇ ਸ਼ੁਕਰਾਨੇ ਵਿੱਚ ਅਰਦਾਸ ਕਰਨੀ, ਜੇਕਰ ਦੁੱਧ ਰਿੜਕਣਾ ਪਾਉਣਾ ਤਾਂ ਉਹਨਾਂ ਨੇ ਬਾਣੀ ਪੜ੍ਹਨੀ, ਜੇਕਰ ਰਸੋਈ ਤਿਆਰ ਕਰਨੀ ਤਾਂ ਉਹਨਾਂ ਨੇ ਬਾਣੀ ਪੜ੍ਹਨੀ। ਉਸ ਬਾਣੀ ਪੜ੍ਹਨ ਦਾ ਜਿਹੜਾ ਅਸਰ ਸੀ ਉਸ ਪਰਿਵਾਰ ਦੇ ਬੱਚਿਆਂ 'ਤੇ ਹੋਇਆ ਕਰਦਾ ਸੀ। ਲੇਕਿਨ ਅੱਜ ਸਾਡੇ ਘਰਾਂ ਵਿੱਚ, ਸਾਡੇ ਡਰਾਇੰਗ ਰੂਮ ਵਿੱਚ ਟੈਲੀਵਿਜ਼ਨ ਲੱਗਿਆ, ਉਹ ਸਾਡੀਆਂ ਰਸੋਈਆਂ ਨੇ, ਤੇ ਜੇਕਰ ਗੰਦੇ ਮੰਦੇ ਗੀਤਾਂ ਦੀ ਆਵਾਜ਼ ਜਿਹੜੀ ਹੈ ਉਹ ਬਣੇ ਹੋਏ ਖਾਣੇ ਦੇ ਉੱਤੇ ਜਾਏਗੀ, ਉਹਦਾ ਅਸਰ ਕਰੇਗੀ। ਤੇ ਜਿਹੋ ਜਿਹੀ ਜੋ ਦ੍ਰਿਸ਼ਟੀ ਸਾਡੀ ਬਣਨੀ ਹੈ, ਜੋ ਸਾਡੇ ਮਨ ਦੀ ਅਵਸਥਾ ਬਣਨੀ ਹੈ, ਉਹੋ ਜਿਹੇ ਉਸ ਖਾਣੇ ਨੇ ਜਾ ਕੇ ਤੇ ਵਿਕਾਰਾਂ ਵਾਲਾ ਹੀ ਅੰਦਰ ਅਸਰ ਕਰਨਾ। ਜੇਕਰ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਬਿਠਾ ਕੇ ਗੁਰੂ ਕਾ ਇਤਿਹਾਸ ਦੱਸਿਆ ਕਰਨ, ਜਿਵੇਂ ਵਿਸਾਖੀ ਆ ਰਹੀ ਹੈ, ਮੈਂ ਪਹਿਲਾਂ ਬੇਨਤੀ ਕਰਦਿਆਂ ਕਿ ਬਾਹਰ ਵਾਲੇ ਦੇਸ਼ਾਂ ਵਿੱਚ ਦੇਖਣ ਸੁਣਦੇ ਅਸੀਂ ਅਖਬਾਰਾਂ 'ਚ ਪੜ੍ਹਦੇ ਹੁੰਦੇ ਹਾਂ ਕਿ ਵਿਸਾਖੀ ਨਾਈਟ, ਦੀਵਾਲੀ ਨਾਈਟ। ਮੈਂ ਕਹਿੰਦਾ ਕਿ ਉਹਨਾਂ ਵਿਸਾਖੀ ਨਾਈਟਾਂ ਮਨਾਉਣ ਵਾਲਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਿਸਾਖੀ ਨੂੰ ਸੱਚੇ ਪਾਤਸ਼ਾਹ ਨੇ ਪੰਥ ਪ੍ਰਗਟ ਕੀਤਾ ਹੈ। ਵਿਸਾਖੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ। ਵਿਸਾਖੀਆਂ ਪੱਬਾਂ ਵਿੱਚ ਜਾ ਕੇ, ਕਲੱਬਾਂ ਵਿੱਚ ਜਾ ਕੇ ਭੰਗੜੇ ਤੇ ਸ਼ਰਾਬਾਂ ਪੀਣ ਵਾਸਤੇ, ਸਿੱਖਾਂ ਵਾਸਤੇ ਨਹੀਂ। ਇਹ ਸਾਨੂੰ ਆਪਣੇ ਘਰਾਂ ਤੋਂ ਲੈ ਕੇ ਤੁਰਨ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਵਿਸਾਖੀ ਦਾ ਇਤਿਹਾਸ ਜਿਹੜਾ ਉਹ ਸਾਨੂੰ ਕੀ ਦੱਸਦਾ ਹੈ, ਇਸ ਦਿਨ ਸਾਡੇ ਗੁਰੂ ਸਾਹਿਬ ਨੇ ਕੀ ਕੀਤਾ, ਦੀਵਾਲੀ ਦਾ ਸਾਡੇ ਨਾਲ ਕੀ ਸੰਬੰਧ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ। ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਤੇ ਇਸ ਇਤਿਹਾਸ ਤੋਂ ਔਰ ਗੁਰਬਾਣੀ ਤੋਂ, ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ, ਤਾਂ ਸਾਡੇ ਬੱਚੇ ਜਿਹੜੇ ਨੇ ਉਹ ਚੰਗੇ ਅਖਲਾਕ ਦੇ ਮਾਲਕ ਬਣ ਸਕਣਗੇ ਤੇ ਗੁਰੂ ਵਾਲੇ ਬਣ ਸਕਣਗੇ। ਸੋ ਬਿਲਕੁਲ ਇਹ ਪ੍ਰੇਰਨਾ ਜਿਹੜੀ ਹੈ ਇਹ ਘਰ ਤੋਂ ਜਿਹੜੀ ਸ਼ੁਰੂ ਹੋਏ ਤੇ ਫਿਰ ਸੰਗਤ ਦੇ ਵਿੱਚ ਲੈ ਕੇ ਜਾਈ, ਤੇ ਸੰਗਤ ਦੇ ਵਿੱਚੋਂ ਫਿਰ ਰੰਗਤ ਚੜ੍ਹਦੀ ਹੈ, ਤੇ ਫਿਰ ਸਾਨੂੰ ਪਤਾ ਲੱਗਦਾ ਕਿ ਸਾਡੇ ਹੀਰੋ ਕੌਣ ਸੀ। ਸਾਡਾ ਹੀਰੋ ਬਾਬਾ ਦੀਪ ਸਿੰਘ, ਸਾਡਾ ਹੀਰੋ ਭਾਈ ਮਨੀ ਸਿੰਘ, ਬਜ਼ੁਰਗਵਾਰ ਵੇਖੋ, ਸਾਰੀ ਉਮਰ ਗੁਰੂ ਕੀ ਬਾਣੀ ਦੇ ਨਾਲ ਜਿਨ੍ਹਾਂ ਨੇ ਬਤੀਤ ਕੀਤੀ, ਤੇ ਆਖਰੀ ਸਮੇਂ ਦੇ ਪੰਥ ਦੇ ਵਾਸਤੇ ਬੰਦਕ ਵੀ ਕਟਵਾ ਲਿਆ। ਭਾਈ
ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਤਾਰੂ ਸਿੰਘ ਸਾਡਾ ਹੀਰੋ ਹੈ। 21 ਦਿਨ ਖੋਪਰੀ ਲੱਥੀ ਦੇ ਨਾਲ ਆਪਣਾ ਬਚਨ ਪੁਗਾ ਕੇ ਤੇ ਆਪਣੀ ਜੁੱਤੀ ਦੀ ਨੋਕ ਦੇ ਉੱਤੇ ਜ਼ਕਰੀਆ ਖਾਨ ਨੂੰ ਲੈ ਕੇ ਜਾਣ ਵਾਲੇ ਐਸੇ ਹੀਰੋ ਨੇ ਸਾਡੇ। ਇਹ ਜਿਹੜੀ ਆਪਾਂ ਨੂੰ ਇਹ ਜ਼ਿੰਮੇਵਾਰੀ ਸਾਂਭਣੀ ਪਏਗੀ, ਜਿਵੇਂ ਸਿੰਘ ਸਾਹਿਬ ਨੇ ਗੱਲ ਕੀਤੀ ਹੈ, ਆਪਣੇ ਬੱਚਿਆਂ ਨੂੰ ਪਹਿਲਾਂ, ਕਿਉਂਕਿ ਪਹਿਲਾ ਜਿਹੜਾ ਪਾਠ ਹੈ ਉਹ ਬੱਚੇ ਦੀ ਉਸ ਕੋਰੀ ਸਲੇਟ ਤੇ ਉਹ ਮਾਤਾ ਪਿਤਾ ਦੇ ਰਾਹੀਂ ਹੀ ਲਿਖਿਆ ਜਾਣਾ। ਸੋ ਇਹ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਸਾਨੂੰ ਸਮਝਣੀ ਪਏਗੀ। ਆਪਾਂ ਵਿਸਾਖੀ ਦੇ ਮੌਕੇ ਤੇ ਜਿੱਥੇ ਖਾਲਸਾ ਪੰਥ ਦਾ ਪ੍ਰਗਟ ਦਿਵਸ ਹੈ, ਖਾਲਸਾ ਜਿਹੜਾ ਹੈ ਪਰਮਾਤਮ ਦੀ ਮੌਜ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉਸ ਖੰਡੇ ਦੇ ਧਾਰ ਦੇ ਵਿੱਚੋਂ ਜਨਮਿਆ ਖਾਲਸਾ, ਉਹਨੂੰ ਜਿੱਥੇ ਯਾਦ ਕੀਤਾ, ਉੱਥੇ ਆਪਣੀਆਂ ਜ਼ਿੰਮੇਵਾਰੀਆਂ ਵੀ ਸਮਝੀਏ। ਅਖੀਰ 'ਚ ਸਿੰਘ ਸਾਹਿਬ ਜੀ, ਮੈਂ ਚਾਹਾਂਗਾ ਕਿ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਇਸ ਵਕਤ ਆਪ ਜੀ ਨੂੰ ਸਰਵਣ ਕਰ ਰਹੀਆਂ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੱਜ ਦੇ ਦਿਨ ਦਾ ਉਹਨਾਂ ਨੂੰ ਜੋ ਉਪਦੇਸ਼ ਹੈ ਉਹ ਆਪ ਜੀ ਸਾਨੂੰ ਦਿੰਦੇ ਜੀ। ਖਾਲਸਾ ਸਾਜਣਾ ਦਿਵਸ ਜੋ 1699 ਦੀ ਵਿਸਾਖੀ ਵਾਲੇ ਦਿਨ ਸਤਿਗੁਰਾਂ ਨੇ ਖਾਲਸਾ ਸਾਜਿਆ, ਪੰਥ ਪ੍ਰਗਟ ਹੋਇਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਸ ਦਿਨ ਆਪੇ ਗੁਰੂ ਚੇਲਾ ਹੋਣ ਦਾ ਸਾਨੂੰ ਜੋ ਸਿਧਾਂਤ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਔਰ ਆਪਣਾ ਸਾਰਾ ਕੁਝ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਕਿਹਾ ਕਿ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਸਤਿਗੁਰਾਂ ਨੇ ਬਹੁਤ ਬਖਸ਼ਿਸ਼ਾਂ ਆਪਣੇ ਖਾਲਸੇ ਨੂੰ ਕੀਤੀਆਂ ਨੇ। ਔਰ ਇਹ ਦਿਨ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਜਿਵੇਂ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ ਔਰ ਖਾਲਸੇ ਦੇ ਪਾਸੋਂ ਪੰਜ ਪਿਆਰੇ ਸਾਹਿਬਾਨ ਪਾਸੋਂ ਸਤਿਗੁਰਾਂ ਨੇ ਆਪ ਵੀ ਖੰਡੇ ਬਾਟੇ ਦੀ ਪਾਹੁਲ ਛਕੀ ਹੈ, ਐਸੇ ਵੀ ਸਾਰੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣ ਕੇ ਤੇ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਜੋ ਸਾਨੂੰ ਮਰਿਆਦਾ ਦ੍ਰਿੜ ਕਰਵਾਈ ਜਾਂਦੀ ਹੈ, ਅਸੀਂ ਸਾਰੇ ਉਹਦੇ ਧਾਰਨੀ ਬਣ ਕੇ ਤੇ ਆਪਣੇ ਜੀਵਨ ਇਖਲਾਕ ਨੂੰ ਉੱਚਾ ਸੁੱਚਾ, ਆਪਣੇ ਜੀਵਨ ਨੂੰ ਉੱਚਾ ਸੁੱਚਾ ਚੁੱਕ ਕੇ ਤੇ ਫਿਰ ਰੇ ਦਰਗੇ ਕਹੇ ਨਾ ਕੋ ਆਓ ਬੈਠ ਆਦਰ ਸਭ ਦੇਵ, ਫਿਰ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰ ਕੇ ਬੈਸਣ ਪਾਈ ਹੈ, ਕੋ ਨਾਨਕ ਬਹੁਤ ਉਡਾਈ ਹੈ। ਤਾਂ ਹੀ ਅਸੀਂ ਇਸ ਸੰਸਾਰ ਦੀ ਜੰਗ ਵਿੱਚੋਂ ਜੇਤੂ ਬਣ ਕੇ ਨਿਕਲਾਂਗੇ ਤੇ ਸਾਨੂੰ ਉਸ ਦਰਗਾਹ ਦੇ ਵਿੱਚ ਮਾਣ ਤੇ ਸਨਮਾਨ ਪ੍ਰਾਪਤ ਹੋਏਗਾ। ਸਤਿਗੁਰੂ ਕਹਿੰਦੇ ਭਈ ਪ੍ਰਾਪਤ ਮਾਨ ਉਠ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸਾਨੂੰ ਇਹ ਮਨੁੱਖਾ ਜੀਵਨ ਪਰਮਾਤਮਾ ਨੇ ਬਖਸ਼ਿਸ਼ ਕੀਤਾ ਔਰ ਬਹੁਤ ਮੁੱਦਤ ਤੋਂ ਬਾਅਦ ਸਾਨੂੰ ਇਹ ਦੇ ਮਿਲੀ ਹੈ। ਇਹਨੂੰ ਸਫਲਾ ਕਰਨ ਵਾਸਤੇ ਇਹ ਸਾਨੂੰ ਇੱਕ ਵਾਰੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਕਿ ਅਸੀਂ ਸਿਮਰਨ ਕਰਕੇ ਤੇ ਉਸ ਪਰਮਾਤਮਾ ਦੇ ਉਸ ਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਈਏ। ਔਰ ਸਮੁੱਚੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਖਾਲਸਾ ਜੀ ਦੇ ਪ੍ਰਗਟ ਦਿਹਾੜੇ ਦੀਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵੱਲੋਂ ਸਮੁੱਚੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਸੋ ਬਿਲਕੁਲ ਬਹੁਤ ਬਹੁਤ ਸਿੰਘ ਸਾਹਿਬ ਜੀ, ਆਪ ਜੀ ਦਾ ਧੰਨਵਾਦ। ਆਪ ਜੀ ਨੇ ਬੜੇ ਵਡਮੁੱਲੇ ਵਿਚਾਰ, ਗੁਰ ਇਤਿਹਾਸ, ਗੁਰੂ ਕੀ ਬਾਣੀ ਦੇ ਰਾਹੀਂ ਸਾਨੂੰ ਚਾਨਣ ਦਿੱਤਾ ਹੈ। ਅਸੀਂ ਸਾਰੇ ਗੁਰੂ ਸਿੰਘ ਸਾਹਿਬ ਵੱਲੋਂ ਦਰਸਾਏ ਗਏ ਇਹ ਜਿਹੜਾ ਸਿੱਖੀ ਰਹੁ ਰੀਤ ਦਾ ਜਿਹੜਾ ਗਿਆਨ ਉਹਨਾਂ ਨੇ ਸਾਨੂੰ ਦਿੱਤਾ, ਉਹਦੇ ਅਨੁਸਾਰ ਆਪਣਾ ਜੀਵਨ ਸਫਲਾ ਕਰੀਏ। ਤੇ ਬਿਲਕੁਲ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਫਿਰ ਜਦੋਂ ਗੁਰਸਿੱਖ ਜਾਏ ਤੇ ਉਹ ਬਾਹਾਂ ਲਡਾਉਂਦਾ ਜਾਏ, ਕਹੋ ਨਾਨਕ ਬਾਹਾਂ ਲਡਾਈਏ। ਜਿਵੇਂ ਆਪਾਂ ਦੇਖਦੇ ਨੇ ਜਿਹੜਾ ਖਿਡਾਰੀ ਜਿੱਤ ਜਾਂਦਾ ਫਿਰ ਉਹ ਬਾਹਾਂ ਮਾਰਦਾ ਜਾਂਦਾ, ਤੇ ਗੁਰੂ ਕੇ ਸਿੱਖ ਨੇ ਬਾਜੀ ਜਿੱਤ ਕੇ ਜਾਣਾ ਹੈ। ਇਹ ਜਨਮ ਜਿਹੜਾ ਮਿਲਿਆ ਇਹਨੂੰ ਸਫਲਾ ਕਰਕੇ ਜਾਣਾ ਹੈ। ਤੇ ਸਫਲਾ ਕਿਵੇਂ ਹੋਏਗਾ? ਗੁਰੂ ਕੇ ਜਹਾਜ਼ੇ ਚੜ੍ਹ ਕੇ, ਕਮਾਈਆਂ ਕਰਕੇ, ਸੇਵਾ ਕਰਕੇ। ਸੋ ਸਿੰਘ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਸਮੂਹ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੀ ਖਾਲਸੇ ਦੇ ਪ੍ਰਗਟ ਦਿਵਸ ਦੀਆਂ। ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।